ਸਤਿ ਸ਼੍ਰੀ ਅਕਾਲ ਜੀ। ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਵਾਸੂ ਚੰਦਾ ਤੇ ਅੱਜ ਮੁੱਦੇ ਕੀ ਬਾਤ ਦੇ ਵਿੱਚ ਗੱਲ ਕਰਾਂਗੇ ਭਾਰਤ ਅਤੇ ਚੀਨ ਦੇ ਫੌਜੀਆਂ ਦੇ ਵਿਚਾਲੇ ਜਿਹੜੀ ਝੜਪ ਹੋਈ ਸੀ, ਜਿਸ ਦੇ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਹਰ ਪਾਸੇ ਚੀਨ ਦੀ ਇਸ ਕਾਰਵਾਈ ਨੂੰ ਨਿੰਦਿਆ ਜਾ ਰਿਹਾ ਹੈ। ਭਾਰਤੀ ਫੌਜ ਦੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਤੇ ਜਿੱਥੇ ਇੱਕ ਪਾਸੇ ਪੂਰਾ ਦੇਸ਼ ਮਾਣ ਕਰ ਰਿਹਾ ਹੈ, ਉੱਥੇ ਹੀ ਸਿੱਖ ਫॉर ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਭਾਰਤੀ ਫੌਜ ਦੇ 20 ਜਵਾਨਾਂ ਦੀ ਸ਼ਹਾਦਤ ਦੀ ਗੱਲ ਕਰਨ ਦੀ ਬਜਾਏ ਚੀਨ ਦੀ ਫੌਜ ਦੀ ਹਿਮਾਇਤ ਕਰ ਰਹੇ ਨੇ ਅਤੇ ਚੀਨ ਦੇ ਰਾਸ਼ਟਰਪਤੀ ਨੂੰ ਉਹਨਾਂ ਨੇ ਇੱਕ ਚਿੱਠੀ ਲਿਖੀ। ਸ਼ਹੀਦ ਹੋਏ ਜਵਾਨਾਂ 'ਚ 4 ਜਵਾਨ ਪੰਜਾਬ ਦੇ ਨਾਲ ਸੰਬੰਧਿਤ ਸੀ। ਪੰਨੂ ਨੇ ਉਹਨਾਂ ਦੀ ਸ਼ਹਾਦਤ ਤੇ ਮਾਣ ਕਰਨ ਦੀ ਬਜਾਏ ਭਾਰਤੀ ਫੌਜ 'ਚ ਸੇਵਾਵਾਂ ਨਿਭਾ ਰਹੇ ਸਿੱਖਾਂ ਨੂੰ ਹੀ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਗੱਲ ਇਹ ਕਹਿ ਦਿੱਤੀ ਕਿ ਜਿਸ ਤੋਂ ਬਾਅਦ ਉਸ ਦਾ ਦੋਗਲਾ ਚਿਹਰਾ ਸਭ ਦੇ ਸਾਹਮਣੇ ਆ ਗਿਆ। ਇੱਕ ਆਡੀਓ ਜਾਰੀ ਕੀਤੀ ਗਈ। ਇਸ ਆਡੀਓ ਦੇ ਵਿੱਚ ਪੰਨੂ ਨੇ ਭਾਰਤੀ ਫੌਜ 'ਚ ਸਿੱਖਾਂ ਨੂੰ ਭੜਕਾਉਣ ਅਤੇ ਤੋੜਨ ਦੀ ਕੋਸ਼ਿਸ਼ ਕੀਤੀ। ਹੁਣ ਸਵਾਲ ਇਹ ਉੱਠਦਾ ਹੈ ਕਿ ਐਸਐਫਜੀ ਵੱਲੋਂ ਚੀਨ ਦੀ ਹਿਮਾਇਤ ਕਰਨਾ ਭਾਰਤੀ ਫੌਜ ਦੇ ਸ਼ਹੀਦਾਂ ਦੇ ਜਿਹੜੇ ਪਰਿਵਾਰ ਸਨ ਉਹਨਾਂ ਦੇ ਜ਼ਖਮਾਂ ਤੇ ਲੂਣ ਨਹੀਂ ਹੈ। ਇਸ ਤੇ ਅੱਜ ਅਸੀਂ ਚਰਚਾ ਕਰਾਂਗੇ। ਤੇ ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਤੋਂ ਇੱਕ ਆਡੀਓ ਕਲਿੱਪ ਦੇ ਰਾਹੀਂ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਗੁਰਪਤਵੰਤ ਸਿੰਘ ਪੰਨੂ ਨੇ ਭਾਰਤੀ ਫੌਜ ਦੇ ਵਿੱਚ ਤੈਨਾਤ ਸਿੱਖ ਫੌਜੀਆਂ ਨੂੰ ਨਿਸ਼ਾਨਾ ਬਣਾਇਆ। ਇੱਕ ਦੋਹਰਾ ਚਿਹਰਾ ਉਸ ਦਾ ਸਭ ਦੇ ਸਾਹਮਣੇ ਆਇਆ, ਜਦਕਿ ਐਸਐਫਜੇ ਇੱਕ ਪਾਸੇ ਭਾਰਤੀ ਫੌਜ ਦੇ ਵਿੱਚ ਤੈਨਾਤ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਉਹਨਾਂ ਦੇ ਜ਼ਖਮਾਂ ਤੇ ਲੂਣ ਵੀ ਪਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਆਡੀਓ ਜਾਰੀ ਕੀਤਾ। ਉਸ ਆਡੀਓ ਦੇ ਵਿੱਚ ਜਿਹੜੇ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਹੇ ਜਿਹੜੇ ਸਿੱਖ ਨੇ ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ। ਸੋ ਉਹ ਆਡੀਓ ਅਸੀਂ ਤੁਹਾਨੂੰ ਨਹੀਂ ਸੁਣਾਉਣਾ ਚਾਹੁੰਦੇ, ਕਿਉਂਕਿ ਉਹ ਆਡੀਓ ਨੂੰ ਅਸੀਂ ਸੁਣਾ ਕੇ ਪੰਨੂ ਵਰਗਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦੇ। ਇਸੇ ਨਾਲ ਸੰਬੰਧਿਤ ਅੱਜ ਦਾ ਸਾਡਾ ਇੱਕ ਸਵਾਲ ਹੈਗਾ ਜਿਹੜਾ ਅਸੀਂ ਦਰਸ਼ਕਾਂ ਤੋਂ ਪੁੱਛਣ ਜਾ ਰਹੇ ਹਾਂ ਕਿ ਐਸਐਫਜੇ ਵੱਲੋਂ ਚੀਨ ਦੀ ਹਿਮਾਇਤ ਕਰਨਾ, ਜਿਹੜੀ ਇਹ ਚੀਨ ਨੂੰ ਇੱਕ ਚਿੱਠੀ ਲਿਖੀ ਸੀ, ਚੀਨ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਸੀ, ਚੀਨ ਦੀ ਹਿਮਾਇਤ ਕਰਨਾ ਭਾਰਤੀ ਫੌਜ ਦੇ ਸ਼ਹੀਦਾਂ ਦੇ ਜਿਹੜੇ ਪਰਿਵਾਰ ਹੈਗੇ ਨੇ ਉਹਨਾਂ ਦੇ ਜ਼ਖਮਾਂ ਤੇ ਲੂਣ ਨਹੀਂ ਹੈ। ਜੇਕਰ ਤੁਹਾਡਾ ਜਵਾਬ ਹਾਂ ਦੇ ਵਿੱਚ ਹੈ ਤਾਂ ਤੁਸੀਂ ਯੈਸ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ, ਤੇ ਜੇਕਰ ਤੁਹਾਡਾ ਜਵਾਬ ਨਾ ਹੈ ਤਾਂ ਤੁਸੀਂ ਨੋ ਟਾਈਪ ਕਰਕੇ ਸਾਨੂੰ 57575 ਤੇ ਭੇਜ ਸਕਦੇ ਹੋ। ਤੇ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਐਸਐਫਜੇ ਵੱਲੋਂ ਜਿਹੜੇ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਸਿੱਖ ਹੈਗੇ ਨੇ ਉਹਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਨ ਦੀ ਹਿਮਾਇਤ ਕਰਨ ਦੇ ਨਾਲ ਐਸਐਫਜੇ ਦਾ ਜਿਹੜਾ ਦੋਹਰਾ ਚਿਹਰਾ ਹੈ ਉਹ ਸਭ ਦੇ ਸਾਹਮਣੇ ਨਹੀਂ ਆ ਗਿਆ। ਸਾਡਾ ਪਹਿਲਾ ਸਵਾਲ ਇਹੀ ਹੈ ਕਿ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਸੇਵਾ ਨਿਭਾ ਰਹੇ ਨੇ, ਦੇਸ਼ ਦੇ ਲਈ ਸੇਵਾ ਕਰ ਰਹੇ ਨੇ, ਉਹਨਾਂ ਫੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਜਿਹੜਾ ਆਡੀਓ ਜਾਰੀ ਕੀਤਾ ਜਿਸ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਸਿੱਖਾਂ ਬਾਰੇ ਗੱਲ ਕਹੀ ਗਈ, ਉਸ ਨੂੰ ਕੀ ਕਹਿਣਾ ਚਾਹੁੰਦਾ ਗੁਰਪਤਵੰਤ ਸਿੰਘ ਪੰਨੂ, ਕੀ ਕਹਿਣਾ ਚਾਹੁੰਦੇ ਨੇ? ਦੂਸਰਾ ਸਾਡਾ ਸਵਾਲ ਇਹ ਹੈ ਕਿ ਚੀਨ ਦੀ ਹਿਮਾਇਤ ਕਰਨ ਦੇ ਨਾਲ ਐਸਐਫਜੇ ਦਾ ਦੋਹਰਾ ਚਿਹਰਾ ਜਿਹੜਾ ਹੈ ਉਹ ਸਭ ਦੇ ਸਾਹਮਣੇ ਨਹੀਂ ਆ ਗਿਆ। ਚੀਨ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ, ਉਸ ਦੇ ਵਿੱਚ ਚੀਨੀ ਫੌਜ ਦੀ ਜਿਹੜੀ ਹਿਮਾਇਤ ਕੀਤੀ, ਭਾਰਤੀ ਫੌਜ ਦਾ ਕਿਤੇ ਜ਼ਿਕਰ ਨਹੀਂ ਕੀਤਾ ਗਿਆ। ਸੋ ਇਸ ਦੇ ਨਾਲ ਐਸਐਫਜੇ ਜਿਹੜੇ ਸਿੱਖ ਫॉर ਜਸਟਿਸ ਹੈ ਉਸ ਦਾ ਦੋਹਰਾ ਚਿਹਰਾ ਨਹੀਂ ਸਭ ਦੇ ਸਾਹਮਣੇ ਆ ਗਿਆ। ਐਸਐਫਜੇ ਦੇ ਭਾਰਤੀ ਫੌਜ 'ਚ ਤੈਨਾਤ ਸਿੱਖਾਂ ਨੂੰ ਭੜਕਾਉਣ ਦੇ ਪਿੱਛੇ ਮਕਸਦ ਕੀ ਹੈ, ਕੀ ਚਾਹੁੰਦਾ ਉਹ? ਸੋ ਚੌਥਾ ਸਵਾਲ ਇਹ ਹੈ ਕਿ ਚੀਨ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਪਿੱਛੇ ਗੁਰਪਤਵੰਤ ਸਿੰਘ ਪੰਨੂ ਦਾ ਕੀ ਮਕਸਦ ਹੈ? ਸੋ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਸਾਡੇ ਕੁਝ ਮਹਿਮਾਨ ਵੀ ਮੇਰੇ ਨਾਲ ਜੁੜੇ ਹੋਏ ਨੇ। ਸਾਡੇ ਐਸੋਸੀਏਟ ਐਡੀਟਰ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਜਗਦੀਪ ਸਿੰਘ ਸੰਧੂ ਮੇਰੇ ਨਾਲ ਜੁੜੇ ਹੋਏ ਨੇ, ਤੇ ਗੁਰਦਾਸਪੁਰ ਤੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਜੁੜੇ ਹੋਏ ਨੇ। ਪਟਿਆਲਾ ਤੋਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ ਇਸ ਤੋਂ ਇਲਾਵਾ ਜਿਹੜੇ ਸਾਬਕਾ ਬ੍ਰਿਗੇਡੀਅਰ ਕਾਲੋਂ ਵੀ ਸਾਡੇ ਨਾਲ ਜੁੜੇ ਨੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ। ਤੇ ਸਭ ਤੋਂ ਪਹਿਲਾਂ ਨਿਤਿਕਾ, ਮੈਂ ਤੁਹਾਡੇ ਕੋਲ ਆਉਣਾ ਚਾਹਾਂਗਾ। ਜਿਸ ਤਰੀਕੇ ਦੇ ਨਾਲ ਇਹ ਐਸਐਫਜੇ ਦਾ ਚਿਹਰਾ ਸਾਹਮਣੇ ਆਇਆ ਹੈ ਕਿ ਐਸਐਫਜੇ ਵੱਲੋਂ ਜਿਹੜੇ ਇਹ ਗੁਰਪਤਵੰਤ ਸਿੰਘ ਪੰਨੂ ਹੈਗੇ ਨੇ ਉਹਨਾਂ ਵੱਲੋਂ ਚੀਨ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਗਈ, ਉਸ ਦੇ ਵਿੱਚ ਚੀਨੀ ਫੌਜੀਆਂ ਦੀ ਜਿਹੜੀ ਹਿਮਾਇਤ ਕੀਤੀ ਗਈ, ਭਾਰਤੀ ਫੌਜੀਆਂ ਦਾ ਕਿਤੇ ਜ਼ਿਕਰ ਨਹੀਂ ਕੀਤਾ ਗਿਆ। ਪੰਜਾਬ ਦੇ ਜਿਹੜੇ ਫੌਜੀ ਸ਼ਹੀਦ ਹੋਏ ਨੇ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਹੋਇਆ। ਅਸੀਂ ਚਾਹਾਂਗੇ ਕਿ ਜਿਹੜੇ ਤੁਹਾਡੇ ਨਾਲ ਪਰਿਵਾਰਕ ਮੈਂਬਰ ਹੈਗੇ ਨੇ ਉਹਨਾਂ ਦੀ ਪ੍ਰਤੀਕਿਰਿਆ ਲਓ।
ਜੀ ਬਿਲਕੁਲ ਵਾਸੂ, ਮੈਂ ਸ਼ਹੀਦ ਸਤਨਾਮ ਸਿੰਘ ਦੇ ਪਰਿਵਾਰ ਦੇ ਨਾਲ ਹਾਂ ਤੇ ਤੁਹਾਨੂੰ ਦੱਸੀ ਫੌਜੀਆਂ ਦਾ ਪਰਿਵਾਰ ਹੈ, ਉਹਨਾਂ ਦੇ ਭਰਾ ਵੀ ਫੌਜੀ ਨੇ ਤੇ ਉਹਨਾਂ ਦੇ ਬੱਚੇ ਵੀ ਸਾਡੇ ਨਾਲ ਨੇ। ਜ਼ਰੂਰ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਪੰਨੂ ਜਿਸ ਤਰ੍ਹਾਂ ਬਿਆਨਬਾਜ਼ੀ ਕਰ ਰਹੇ ਨੇ, ਕਹਿ ਰਹੇ ਨੇ ਚੀਨ ਦੀ ਹਿਮਾਇਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ। ਆਪਣੇ ਜਿਹੜੇ ਫੌਜੀ ਆ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਉਹਨਾਂ ਦਾ, ਭਾਰਤ ਦਾ ਸਾਥ ਛੱਡ ਦਿਓ, ਤੁਸੀਂ ਸਾਡੇ ਨਾਲ ਜੁੜੋ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਤੁਹਾਨੂੰ ਲੱਗਦਾ ਇਸ ਟਾਈਮ ਤੇ ਕੋਈ ਵੀ ਭਾਰਤੀ ਜਾਂ ਕੋਈ ਵੀ ਪੰਜਾਬੀ ਚੀਨ ਦੀ ਹਿਮਾਇਤ ਕਰ ਸਕਦਾ? नहीं, इस तरह की कोई गल नहीं हैगी। चीन की हिफाजत क्यों करनी है? क्योंकि इंडिया में हम रह रहे हैं तो इंडिया की तरफ ही करेंगे। हम इंडियन सोल्जर हैं, हम इंडिया का ही है हमारे को। लेकिन सरकार को ये चाहिए कि सरकार को जो चैनी मोबाइल बिक रहे हैं, चैनी सामान और बिक्री कर रहे हैं, सरकार को बार बंद करना चाहिए। क्योंकि सरकार सब कुछ कर सकती है। सरकार मतलब एयर बंद कर सकती है और रेलगाड़ियाँ बंद कर सकती है, पूरा इंडिया लॉक कर सकती है। तो क्या ये चाइनीज से व्यापार नहीं बंद कर सकती? सूबेदार साहब, ਤੁਹਾਨੂੰ ਲੱਗਦਾ ਜੇ ਇਸ ਟਾਈਮ ਤੇ ਕੋਈ ਫੋਨ ਕਰਕੇ ਭੜਕਾਉਣ ਦੀ ਕੋਸ਼ਿਸ਼ ਕਰੇ, ਕੋਈ ਵੀ ਪੰਜਾਬੀ ਭੜਕੇਗਾ, ਕੋਈ ਵੀ ਭਾਰਤੀ ਭੜਕੇਗਾ, ਜਾਂ ਫਿਰ ਜਿਸ ਤਰ੍ਹਾਂ 20 ਜਵਾਨ ਸਾਡੇ ਮਰੇ ਨੇ, ਉਹਨਾਂ ਨੇ ਸ਼ਹਾਦਤ ਜਿਹੜੀ ਹੈ ਪਾਈ ਹੈ, ਤੁਹਾਨੂੰ ਲੱਗਦਾ ਹੈ ਕਿ ਉਹ ਵੇਸਟ ਚਲੀ ਜਾਏ? ਅਜਿਹਾ ਵੀ ਲੋਕ ਕੁਝ ਸੋਚ ਰਹੇ ਨੇ? नहीं मैडम, भड़कने की कोई बात नहीं हैगी। क्योंकि शहीद को हम मरा कहेंगे तो उनका अपमान होगा। हम अपमान नहीं करना चाहेंगे। शहीद की पदवी बहुत ऊंची है, किसी कर्मा वाले को मिलती है, और फौज में शायद ही मेरे ख्याल 2 से 3% को मिलती है, मेरी नौकरी के तजर्बे के हिसाब से। और उनके बहुत अच्छे कर्म किए हों तो देश के लिए कुर्बान होने का मौका मिलता है। और वही बंदा कुर्बान हो सकता है जिसके अंदर मरने का जज्बा हो और अपना आप इंसाफ कर जाए, और दुश्मन को, दूसरों को जीने का रास्ता बता दे कि कैसे मरना है। उसके मरने के ऊपर क्या है, और प्रन्न हो जाए लोग और उसका ਨਾਮ ਰਹਿ ਜਾਏ। ਤੁਹਾਨੂੰ ਲੱਗਦਾ ਕਿ ਲੋਕ ਹੋਰ ਮਜ਼ਬੂਤ ਹੁੰਦੇ ਨੇ ਇਹਦੇ ਨਾਲ? ਜਦੋਂ ਕਿਸੇ ਦੀ ਸ਼ਹਾਦਤ ਨੂੰ ਸਲਾਮੀ ਦਿੰਦੇ ਨੇ ਤਾਂ ਸੋਚਦੇ ਨੇ ਕਿ ਹੁਣ ਆਪਾਂ ਬਿਲਕੁਲ ਇਕਜੁੱਟ ਹੋ ਕੇ ਖੜੇ ਹੋਣਾ। बिल्कुल ऐसा है कि एक नॉर्मल आदमी में डेथ हो जाती है तो उसको भी कोई नहीं पूछता। आज मेरे भाई को शहीद हुए ने मेरे भाई, और उनका बहुत सरकारों ने और सलामी दिया है, और पूरा मतलब कि हमारा मान से सिर ऊंचा हुआ है। पूरा इलाका, पूरा गुरदासपुर इलाका हमारा जो है पूरा डुका हुआ है। खून के ऊपर भी सब लोग ऐसे ही शोक मना रहे हैं, और मतलब कि एक फख्र भी महसूस कर रहे हैं, और दूसरा शोक भी है। ਇੱਕ ਆਖਰੀ ਸਵਾਲ ਸੂਬੇਦਾਰ ਸਾਹਿਬ, ਕਿ ਜੇ ਕੋਈ ਖਾਲਿਸਤਾਨੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ, ਫੋਨ ਕਰਕੇ ਕਹਿੰਦਾ ਹੈ ਕਿ ਤੁਸੀਂ ਭਾਰਤ ਦਾ ਸਾਥ ਛੱਡ ਦਿਓ, ਤੁਹਾਨੂੰ ਲੱਗਦਾ ਹੈ ਕਦੇ ਵੀ ਅਜਿਹਾ ਮੁਮਕਿਨ ਹੋ ਸਕਦਾ ਉਹ ਵੀ ਕਿਸੇ ਜੇ ਸੋਲਜਰ ਨੂੰ ਕਾਲ ਕਰਕੇ ਇਹ ਕਹਿਣ? नहीं मैडम, ऐसा कोई नहीं है। सोल्जर को तो इंडियन सोल्जर है तो इंडियन के लिए ही वो मर मिटेगा, और दूसरा कोई मतलब नहीं है उसके लिए। ਪੰਨੂ ਨੂੰ ਮੈਨੂੰ ਲੱਗਦਾ ਕਿ ਇਹ ਗੱਲ ਜ਼ਰੂਰ ਸੁਣ ਲੈਣੀ ਚਾਹੀਦੀ ਹੈ। ਨਾਲ ਹੀ ਉਹਨਾਂ ਦੇ ਸਤਨਾਮ ਸਿੰਘ ਜੀ ਦੇ ਬੱਚੇ ਸਾਡੇ ਨਾਲ ਨੇ, ਉਹਨਾਂ ਜ਼ਰੂਰ ਗੱਲ ਕਰ ਲੈਂਦੇ ਆ। ਕੀ ਲੱਗਦਾ ਤੁਹਾਨੂੰ 16 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਪਿਤਾ ਨੇ ਜਿਹੜਾ ਹੈ ਫੌਜ ਵਿੱਚ ਪੈਰ ਧਰਿਆ ਸੀ, ਭਰਤੀ ਹੋਈ ਉਹਨਾਂ ਦੀ, ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਕੋਈ ਗੁੰਮਰਾਹ ਕਰ ਸਕਦਾ ਹੈ ਭਾਰਤੀਆਂ ਨੂੰ ਜਾਂ ਫਿਰ ਪੰਜਾਬੀਆਂ ਨੂੰ? ਨਹੀਂ ਮੈਮ, ਗੁੰਮਰਾਹ ਨਹੀਂ ਕਰ ਸਕਦਾ, ਕਿਉਂਕਿ ਜਿਹਨੇ ਆਪਣੀ ਸਾਰੀ ਲਾਈਫ ਹੀ ਆਰਮੀ 'ਚ ਕੱਟੀ ਹੋਵੇ ਉਹ ਕਦੀ ਉਹਦੇ ਨਾਲ ਗੱਦਾਰੀ ਕਰ ਹੀ ਨਹੀਂ ਸਕਦਾ। ਨਾਲੇ ਸਾਨੂੰ ਗਲਤ ਚੀਜ਼ਾਂ ਵੱਲ ਨਹੀਂ ਜਾਣਾ ਚਾਹੀਦਾ। ਜਿਹੜੀ ਚੀਜ਼ ਸਹੀ ਆ, ਸ਼ਹੀਦਾਂ ਨੂੰ ਮਤਲਬ ਕਿ ਸਾਨੂੰ ਪ੍ਰਣਾਮ ਕਰਨਾ ਚਾਹੀਦਾ ਵਾ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਕਿਉਂਕਿ ਸ਼ਹੀਦ ਹੋਣਾ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਮੇਰੇ ਫਾਦਰ ਸਾਹਿਬ ਅੱਜ ਸ਼ਹੀਦ ਹੋਏ ਆ, ਦੁੱਖ ਹੁੰਦਾ ਆ ਕਿ ਫਾਦਰ ਚਲੇ ਗਏ, ਬਟ ਇਸ ਚੀਜ਼ ਦਾ ਗਰਵ ਹੈ ਕਿ ਗਏ ਕਿੱਦਾਂ। ਬਿਲਕੁਲ। ਅੱਛਾ, ਚਾਈਨਾ ਲਈ ਜਿਹੜਾ ਹੈ, ਚੀਨ ਲਈ ਸਭ ਦਾ ਅੱਜ ਗੁੱਸਾ ਫੁੱਟ ਰਿਹਾ ਹੈ, ਕਿਉਂਕਿ ਅੱਜ ਜਦੋਂ ਅਸੀਂ ਸ਼ਹੀਦ ਸਤਨਾਮ ਸਿੰਘ ਦੀ ਅੰਤਿਮ ਯਾਤਰਾ ਵਿੱਚ ਵੀ ਸੀ, ਉਦੋਂ ਵੀ ਚਾਈਨਾ ਲਈ ਗੁੱਸਾ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਸੀ। ਤੇ ਹੁਣ ਲੱਗਦਾ ਕੋਈ ਚੀਨ ਨੂੰ ਸਪੋਰਟ ਕਰ ਸਕਦਾ, ਕੋਈ ਭਾਰਤ ਦਾ ਕੋਈ ਵੀ ਸ਼ਖਸ ਅੱਜ ਦੇ ਦਿਨ? ਨਾ, ਬਿਲਕੁਲ ਵੀ ਨਹੀਂ। ਜਿੰਨੀ ਵੱਡੀ ਉਹਨੇ ਗਰਦਾਰੀ ਕੀਤੀ ਆ ਉਸ ਹਿਸਾਬ ਨਾਲ ਤੇ ਕੋਈ ਵੀ ਨਹੀਂ ਉਹਨੂੰ ਸਪੋਰਟ ਕਰ ਸਕਦਾ। ਪਰ ਫਿਰ ਵੀ ਉਹ ਬੜਾ ਕੁਝ ਫੈਲਾਉਣ ਡਿਆ ਆ। ਜਿਹੜੀਆਂ ਉਹਦੀ ਚੀਜ਼ਾਂ ਵੀ ਹੁੰਦੀਆਂ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਇੰਡੀਆ ਵਿੱਚ, ਕਿਸੇ ਨੂੰ ਲੈਣੀ ਨਹੀਂ ਚਾਹੀਦੀਆਂ। ਅੱਜ ਰੋਸ਼ ਹੈ ਚੀਨ ਲਈ, ਬਹੁਤ ਜ਼ਿਆਦਾ ਗੁੱਸਾ ਹੈ ਮਨ ਦੇ ਵਿੱਚ, ਬਹੁਤ ਜ਼ਿਆਦਾ। ਜੇ ਮੈਨੂੰ ਮੌਕਾ ਮਿਲੇ ਤੇ ਮੈਂ ਅੱਗੇ ਹੋ ਕੇ ਉਹਦੇ ਨਾਲ ਲੜਾਂ। ਤੇ ਇਹ ਸ਼ਹੀਦ ਸਤਨਾਮ ਸਿੰਘ ਦੇ ਪਰਿਵਾਰ ਦੇ ਮੈਂਬਰ ਸੀਗੇ ਵਾਸੂ। ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹਨਾਂ ਦਾ ਜਿਹੜਾ ਰੋਸ਼ ਹੈ ਉਹ ਚੀਨ ਦੇ ਖਿਲਾਫ ਹੈ। ਤੇ ਇਹਨਾਂ ਦਾ ਸਾਫ਼ ਤੌਰ ਤੇ ਇਹ ਵੀ ਕਹਿਣਾ ਹੈ ਕਿ ਜੇ ਕੋਈ ਫੋਨ ਕਰੇ ਜਾਂ ਕੋਈ ਵੀ ਕਿਸੇ ਗਤੀਵਿਧੀ 'ਚ ਜਾਂ ਐਕਟੀਵਿਟੀ ਵਿੱਚ ਇਹਨਾਂ ਨੂੰ ਕਹੇ ਕਿ ਤੁਸੀਂ ਇਹਦੇ ਵਿੱਚ ਸਾਡਾ ਸਾਥ ਦਿਓ, ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ
ਸੂਬੇਦਾਰ ਸਾਹਿਬ ਨੇ ਜਿਹੜੀ ਗੱਲ ਕਹੀ ਕਿ ਜਿਹੜਾ ਭਾਰਤ ਦੇ ਫੌਜ ਵਿੱਚ ਹੈ ਉਹ ਹਮੇਸ਼ਾ ਭਾਰਤੀ ਹੀ ਰਹੂਗਾ, ਉਹ ਕਦੇ ਗੱਦਾਰੀ ਨਹੀਂ ਕਰੂਗਾ ਜੀ। ਰਾਈਟ ਨਿਤਿਕਾ, ਔਰ ਇੱਕ ਵਰਡ ਇਹਨਾਂ ਨੇ ਯੂਜ਼ ਕੀਤਾ ਹੈ ਕਿ ਜਿਹੜਾ ਗੁਰਪਤਵੰਤ ਸਿੰਘ ਪੰਨੂ ਜਿਹੜਾ ਹੈਗਾ ਉਹਨੇ ਗੱਦਾਰੀ ਕੀਤੀ ਹੈ। ਜਿਸ ਤਰੀਕੇ ਦੇ ਨਾਲ ਚੀਨ ਦੇ ਰਾਸ਼ਟਰਪਤੀ ਨੂੰ ਇਹ ਚਿੱਠੀ ਲਿਖੀ ਗਈ ਹੈ ਔਰ ਚੀਨੀ ਫੌਜ ਦੀ ਜਿਹੜੀ ਹਮਾਇਤ ਕੀਤੀ ਹੈ ਉਹ ਗੱਦਾਰੀ ਨਾਲੋਂ ਘੱਟ ਨਹੀਂ ਹੈਗੀ। ਗੱਦਾਰ ਇੱਕ ਵਰਡ ਇਹਨਾਂ ਨੇ ਯੂਜ਼ ਕੀਤਾ ਹੈਗਾ। ਮੈਂ ਸਾਡੇ ਐਸੋਸੀਏਟ ਐਡੀਟਰ ਜਗਦੀਪ ਸੰਧੂ ਵੀ ਸਾਡੇ ਨਾਲ ਜੁੜੇ ਹੋਏ ਨੇ। ਜਗਦੀਪ ਜੀ, ਜਿਸ ਤਰੀਕੇ ਦੇ ਨਾਲ ਅਸੀਂ ਪੂਰਾ ਦੇਖਿਆ ਕਿ ਜਿਹੜਾ ਜੋ ਇਹ ਗੁਰਪਤਵੰਤ ਸਿੰਘ ਪੰਨੂ ਵੱਲੋਂ ਐਕਟੀਵਿਟੀਜ਼ ਕੀਤੀ ਜਾਂਦੀਆਂ ਨੇ, ਐਕਟੀਵਿਟੀਜ਼ ਹੁਣ ਵੀ ਕੀਤੀ ਜਾ ਰਿਹਾ, ਔਰ ਜਿਸ ਤਰੀਕੇ ਦੇ ਨਾਲ ਇਹ ਚਿੱਠੀ ਲਿਖਣਾ, ਫਿਰ ਉਸ ਤੋਂ ਬਾਅਦ ਇੱਕ ਆਡੀਓ ਜਾਰੀ ਕਰਨਾ, ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਇਸ ਪੂਰੀ ਐਕਟੀਵਿਟੀ ਨੂੰ? ਜੀ ਬਿਲਕੁਲ ਵਾਸੂ, ਮੈਨੂੰ ਲੱਗਦਾ ਨਹੀਂ ਕਿ ਗੁਰਪਤਵੰਤ ਪੰਨੂ ਨੂੰ ਕੋਈ ਵੀ ਪੰਜਾਬੀ ਜਿਹੜਾ ਉਹ ਅੱਜ ਤੋਂ ਬਾਅਦ ਸੀਰੀਅਸਲੀ ਲਏਗਾ। ਬੜਾ ਇਹਨੇ ਗੁੰਮਰਾਹ ਕੀਤਾ ਨੌਜਵਾਨਾਂ ਨੂੰ। ਔਰ ਅਗਰ ਅੱਜ ਉਹ ਕੈਨੇਡਾ ਜਾਂ US ਜਿੱਥੇ ਵੀ ਜਿੱਥੇ ਛੁਪਿਆ ਬੈਠਾ ਹੈ, ਅਗਰ ਉਹ ਦੇਖ ਰਿਹਾ ਇਹ ਸਾਡਾ ਪ੍ਰੋਗਰਾਮ, ਤੇ ਉਹਨੂੰ ਉਹਦੀਆਂ ਅੱਜ ਅੱਖਾਂ ਖੁੱਲ ਜਾਣਗੀਆਂ ਕਿ ਜਿਵੇਂ ਪੰਜਾਬੀ ਨੇ ਆਹ ਬੱਚਿਆਂ ਨੇ ਹੀ ਦੇਖ ਲਿਆ ਆਪਾਂ ਕਿ ਉਹਨਾਂ ਨੇ ਅੱਜ ਆਪਣੇ ਪਿਤਾ ਨੂੰ ਖੋਇਆ ਹੈ। ਔਰ ਪਿਤਾ ਨੂੰ ਖੋਣ ਤੋਂ ਬਾਅਦ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਪਿਤਾ ਕਦੀ ਵਾਪਸ ਨਹੀਂ ਆਣਗੇ, ਲੇਕਿਨ ਉਸ ਦੇ ਬਾਵਜੂਦ ਜਜ਼ਬਾ ਦੇਖੋ ਕਿ ਉਹਨਾਂ ਦੀ ਬੇਟੀ ਕਹਿ ਰਹੀ ਹੈ ਕਿ ਮੈਂ ਸਰਹੱਦ ਤੇ ਜਾ ਕੇ ਚਾਈਨਾ ਨਾਲ 2 ਟੁਕ ਜਿਹੜੀ ਹੈ ਮੈਂ ਗੱਲ ਕਰਨ ਨੂੰ ਤਿਆਰ ਹਾਂ। ਹੁਣ ਤੁਸੀਂ ਇਸ ਵਿੱਚ ਆਪਾਂ ਨੂੰ ਸਮਝਣਾ ਪਏਗਾ ਕਿ ਗੁਰਪਤਵੰਤ ਪੰਨੂ ਕਿਹਦਾ ਹਮਾਇਤੀ ਹੈ, ਕਿ ਉਹ ਸਿੱਖਾਂ ਦਾ ਹਮਾਇਤੀ ਹੈ, ਚਾਈਨਾ ਦਾ ਹਮਾਇਤੀ ਹੈ। ਅਸੀਂ ਅੱਜ 4 ਨੌਜਵਾਨ ਪੰਜਾਬ ਦੇ ਜਿਹੜੇ ਆ ਉਹ ਸ਼ਹੀਦ ਹੋਏ ਆ, ਔਰ ਜੇ ਉਹ ਇੰਨਾ ਸਿੱਖਾਂ ਦਾ ਹਮਾਇਤੀ ਹੈ ਤੇ ਅੱਜ ਉਹਨੂੰ ਚਾਹੀਦਾ ਸੀਗਾ ਚਾਰਾਂ ਦੀਆਂ ਫੈਮਲੀਆਂ ਨੇ ਕੁਝ ਅਨਾਉਂਸਮੈਂਟ ਕਰਦਾ, ਕੁਝ ਕਹਿੰਦਾ ਕਿ ਅੱਜ ਤੋਂ ਬਾਅਦ ਇਹ ਬੱਚਿਆਂ ਦੀ ਪੜ੍ਹਾਈ ਮੈਂ ਕਰਾਵਾਂਗਾ, ਜੋ ਉਹਨਾਂ ਦੇ ਮਾਂ-ਬਾਪ ਦਾ ਖਿਆਲ ਰੱਖਾਂਗਾ। ਇਹ ਸਾਰੇ ਪੰਜਾਬੀਆਂ ਦੀ ਅੱਖਾਂ, ਖਾਸ ਕਰਕੇ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਬੈਠੇ ਆ, ਉਹਨਾਂ ਦੀ ਅੱਖਾਂ ਖੁੱਲ੍ਹਣ ਦਾ ਵਕਤ ਆ ਗਿਆ ਹੈ ਕਿ ਜਿਸ ਬੰਦੇ ਨੂੰ ਗੁੰਮਰਾਹ ਕਰਨ ਦਾ ਇੱਕ ਉਹਨੇ ਠੇਕਾ ਲਿਆ ਹੋਇਆ ਪੰਜਾਬ ਦਾ ਕਿ ਉਹ ਸਿੱਖਾਂ ਦਾ ਪੈਰੋਕਾਰ ਹੈ। ਸਭ ਤੋਂ ਪਹਿਲਾਂ ਤੇ ਮੇਰੇ ਅਗਰ ਇਹਦਾ ਸਰੂਪ ਹੀ ਦੇਖੀਏ, ਕਿੱਧਰ ਦਾ ਸਿੱਖ ਆ? ਜੇ ਪੱਗ ਨਹੀਂ ਬੰਨ੍ਹਦਾ ਹੈ, ਕਿੱਧਰ ਦਾ ਸਿੱਖ ਹੋ ਸਕਦਾ ਹੈ? ਔਰ ਇਹੋ ਜਿਹੇ ਬੰਦਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹੁਣ। ਔਰ ਖਾਸ ਕਰ ਜਿਹੜੇ NRIs ਨੇ, ਜਿਹੜੇ ਇਹਨਾਂ ਲੋਕਾਂ ਨੂੰ ਉੱਥੇ ਇਹਨਾਂ ਨੂੰ ਫੰਡਿੰਗ ਹੁੰਦੀ ਹੈ, ਉਹ ਇਹਨਾਂ ਨੂੰ ਰੋਕਣੀ ਚਾਹੀਦੀ। ਅੱਜ ਇਹਨੇ ਇੱਕ ਹਮਾਕਤ ਕੀਤੀ ਹੈ, ਇਹਨੇ ਇਹ ਕਿਹਾ ਹੈ ਕਿ ਜਿੰਨੀ ਵੀ ਜਿਹੜੇ ਸਿੱਖ ਜਾਂ ਪੰਜਾਬ ਦੇ ਲੋਕ ਨੇ ਜਿਹੜੇ ਫੌਜ ਵਿੱਚ ਹੈ ਉਹ ਬਾਹਰ ਆਣ ਔਰ ਸਾਡਾ ਸਾਥ ਦੇਣ, ਅਸੀਂ ਉਹਨਾਂ ਨੂੰ ਤਨਖਾਹ ਦੇਵਾਂਗੇ। ਔਰ ਇਹਨੂੰ ਇੱਕ ਆਈਡੀਆ ਹੋਣਾ ਚਾਹੀਦਾ ਕਿ ਕਰੋੜਾਂ ਅਰਬਾਂ ਰੁਪਏ ਜਿਹੜੇ ਆ ਆਰਮੀ ਦੇ ਵਿੱਚ ਸੈਲਰੀ ਜਾਂਦੀ ਆ, ਔਰ ਜਿਹੜਾ ਜਵਾਨ ਹੁੰਦਾ ਉਹ ਪੈਸੇ ਲਈ ਨਹੀਂ ਲੜਦਾ। ਜਿਹੜੇ ਸਾਡਾ ਸੈਨਿਕ ਹੈ ਉਹ ਆਪਣੇ ਦੇਸ਼ ਦੇ ਮਾਨ ਸਨਮਾਨ ਨਹੀਂ ਲੜਦਾ, ਉਹ ਪੰਜਾਬ ਦੀ ਇੱਜ਼ਤ ਲਈ ਲੜਦਾ। ਔਰ ਐਵੇਂ ਨਹੀਂ ਕਿਹਾ ਗਿਆ ਕਿ ਸ਼ਹੀदों की चिताओं पर लगेंगे हर बरस मेले, यूं ही ये बाकी निशान होगा शहीदों का। और ਅੱਜ ਅਸੀਂ ਦੇਖਿਆ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ, ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਨਿਕਲੇ, ਉਹ ਜਿਹੜੀ ਅੰਤਿਮ ਯਾਤਰਾ ਸੀ ਸ਼ਹੀਦ ਦੀ ਉਹ 'ਚ ਸ਼ਾਮਿਲ ਹੋਏ। ਔਰ ਗੁਰਪਤਵੰਤ ਪੰਨੂ ਵਰਗੇ ਜਿਹੜੇ ਲੋਕ ਬਾਹਰ ਬੈਠੇ ਰਹੇ, ਉਹਨਾਂ ਦੀ ਦੇਖ ਲਓ ਕਿ ਹਿਮਾਕਤ ਦੇਖ ਲਓ ਕਿ ਇਸ ਵੇਲੇ ਵੀ ਚਾਈਨਾ ਦੀ ਸਪੋਰਟ ਕਰ ਰਹੇ ਆ, ਆਪਣੇ ਸਿੱਖ ਭਰਾਵਾਂ ਦੀ ਸਪੋਰਟ ਨਹੀਂ ਕਰ ਸਕਦੇ। ਜੀ ਵਾਸੂ, ਬਿਲਕੁਲ। ਜਗਦੀਪ, ਬਜ਼ਮ ਵੀ ਸਾਡੇ ਨਾਲ ਜੁੜੇ ਹੋਏ ਨੇ ਪਟਿਆਲਾ ਤੋਂ, ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਹੈਗੇ ਨੇ। ਉਹਨਾਂ ਕੋਲ ਚੱਲਦੇ ਆ, ਪਹਿਲਾਂ ਉਹਨਾਂ ਦੀ ਵੀ ਪ੍ਰਤੀਕਿਰਿਆ ਲੈ ਲੈਂਦੇ ਆ, ਤੇ ਫਿਰ ਇਸ ਤੋਂ ਬਾਅਦ ਸਾਬਕਾ ਬ੍ਰਿਗੇਡੀਅਰ ਕਾਲੋਂ ਕੋਲ ਜਾਵਾਂਗੇ ਔਰ ਪੂਰੇ ਇਸ ਵਾਕਿਏ ਨੂੰ ਕਿਸ ਤਰੀਕੇ ਦੇ ਨਾਲ ਉਹ ਵੇਖਦੇ ਨੇ, ਉਹਨਾਂ ਦੇ ਜਿਹੜਾ ਰਿਐਕਸ਼ਨ ਲਵਾਂਗੇ। ਬਜ਼ਮ, ਜਿਹੜੇ ਸ਼ਹੀਦ ਜਿਹੜੇ ਹੈਗੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹ ਤੁਹਾਡੇ ਨਾਲ ਹੈਗੇ ਨੇ। ਅਸੀਂ ਉਹਨਾਂ ਕੋਲੋਂ ਜਾਣਨਾ ਚਾਹਾਂਗੇ ਕਿ ਆਖਿਰ ਜੋ ਇਹ ਐਕਟੀਵਿਟੀ, ਜੋ ਇਹ ਕਰਤੂਤ ਜਿਹੜੀ ਹੈਗੀ ਹੈ ਗੁਰਪਤਵੰਤ ਸਿੰਘ ਪੰਨੂ ਵੱਲੋਂ ਕੀਤੀ ਗਈ ਹੈ, ਇੱਕ ਆਡੀਓ ਜਾਰੀ ਕੀਤਾ ਗਿਆ, ਉਸ ਦੇ ਵਿੱਚ ਇਹ ਕਿਹਾ ਗਿਆ ਕਿ ਭਾਰਤੀ ਫੌਜ ਦੇ ਵਿੱਚ ਜਿੰਨੇ ਵੀ ਸਿੱਖ ਹੈਗੇ ਨੇ ਉਹ ਭਾਰਤੀ ਫੌਜ ਛੱਡ ਕੇ ਉਹਨਾਂ ਦਾ ਸਾਥ ਦੇਣ, ਔਰ ਜਿਹੜੀ ਸੈਲਰੀ ਹੈ ਉਹ ਵੀ ਉਹ SFJ ਵੱਲੋਂ ਦਿੱਤੀ ਜਾਵੇਗੀ, 5000 ਰੁਪਏ ਐਕਸਟਰਾ ਦਿੱਤਾ ਜਾਵੇਗਾ। ਇਹਨਾਂ ਦਾ ਫਰਸਟ ਰਿਐਕਸ਼ਨ ਕੀ ਹੈਗਾ, ਫਿਰ ਉਸ ਤੋਂ ਬਾਅਦ ਚਰਚਾ ਕਰਾਂਗੇ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ, ਇਹ ਦੱਸਣਾ ਜ਼ਰੂਰੀ ਹੈ ਭਗਵੰਤ ਸਿੰਘ ਪੰਨੂ ਨੂੰ ਕਿ ਸਿੱਖ ਫੋਰ ਜਸਟਿਸ ਕਿਹਾ ਜਾਂਦਾ, ਆਪਣੀ ਸੰਸਥਾ ਨੂੰ ਸਿੱਖ ਫੋਰ ਜਸਟਿਸ ਕਹਿੰਦੇ ਨੇ। ਇਹ ਕਾਦੀ ਜਸਟਿਸ ਹੋਈ ਕਿ ਤੁਸੀਂ ਜਾ ਕੇ ਚਾਈਨਾ ਨੂੰ ਸਪੋਰਟ ਕਰ ਰਹੇ ਹੋ, ਭਾਰਤ ਦੇ ਖਿਲਾਫ ਗੱਲ ਕਰ ਰਹੇ ਹੋ, ਤਾਂ ਇੱਕ ਆਫਰ ਦੇ ਰਹੇ ਹੋ ਸਿੱਖਾਂ ਨੂੰ ਕਿ ਤੁਸੀਂ ਸਾਡੇ ਨਾਲ ਆ ਕੇ ਜੁੜੋ, ਅਸੀਂ ਤੁਹਾਨੂੰ ਤਨਖਾਹ ਦੇਵਾਂਗੇ। ਜਿਹੜੇ ਆਰਮੀ 'ਚ ਕੰਮ ਕਰ ਰਹੇ ਨੇ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਅੱਜ ਸੰਗਰੂਰ ਗਏ ਸੀ, ਉੱਥੇ ਜਿਹੜਾ ਗੁਰਵਿੰਦਰ ਸਾਡਾ ਸ਼ਹੀਦ ਹੋਇਆ ਸੈਨਿਕ, ਉਹ 22 ਸਾਲ ਦਾ ਸੀਗਾ। ਤੇ ਜੇ ਸਾਡਾ ਯੂਥ ਆਰਮੀ ਵੱਲ ਜਾ ਰਿਹਾ ਹੈ, ਆਪਣੀ ਦੇਸ਼ ਭਗਤੀ ਵੱਲ ਜਾ ਰਿਹਾ ਹੈ, ਕਿਸੇ ਪ੍ਰਾਈਵੇਟ ਨੌਕਰੀ ਜਿੱਥੇ ਵੱਧ ਸੈਲਰੀ ਮਿਲ ਸਕਦੀ ਸੀ ਉਹਨੂੰ ਛੱਡ ਕੇ ਜਾ ਰਿਹਾ ਹੈ, ਤੇ ਤੁਹਾਡੇ ਇਹੋ ਜਿਹੇ ਲੋਲੀਪੋਪਾਂ ਨਾਲ ਜਿਹੜਾ ਹੈ ਉਹ ਕਿਤੇ ਕੋਈ ਚਲਾ ਜਾਏਗਾ? ਇਹ ਹੋ ਹੀ ਨਹੀਂ ਸਕਦਾ। ਫਿਲਹਾਲ ਸਾਡੇ ਨਾਲ ਇੱਥੇ ਵੀ ਜਿਹੜਾ ਹੈ ਉਹ ਸੂਬੇਦਾਰ ਮਨਦੀਪ ਸਿੰਘ ਦੇ ਰਿਸ਼ਤੇਦਾਰ ਬੈਠੇ ਨੇ, ਉਹਨਾਂ ਦੇ ਆਪਣੇ ਭਰਾ ਬੈਠੇ ਨੇ ਜਿਹੜੇ ਕਿ ਕੁਝ ਦਿਨ ਪਹਿਲੇ ਜਿਹੜੇ ਰਿਟਾਇਰ ਹੋਏ ਨੇ ਆਰਮੀ 'ਚੋਂ, ਕੈਪਟਨ ਨੇ। ਸਰ, ਜਿਸ ਤਰੀਕੇ ਦੀ ਗੱਲ ਕੀਤੀ ਗਈ ਹੈ ਕਿ ਸਿੱਖ ਜਿਹੜੇ ਨੌਜਵਾਨ ਆਰਮੀ 'ਚ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਵੱਲ ਆ ਜਾਓ ਤੇ ਅਸੀਂ ਤੁਹਾਨੂੰ ਜਿਹੜਾ ਹੈ ਉਹ ਪੈਸੇ ਦੇਵਾਂਗੇ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ? ਕਿੰਨਾ ਗਲਤ ਮੰਨਦੇ ਹੋ, ਪਹਿਲਾਂ ਇਹ ਦੱਸੋ ਮੈਨੂੰ। ਅਸੀਂ ਇੰਡੀਅਨ ਆਰਮੀ ਦੇ ਸੋਲਜਰ ਹਾਂ,
ਆਪਣੀ ਇੰਡੀਆ ਆਪਣੇ ਭਾਰਤ ਵਾਸਤੇ ਸ਼ਹੀਦ ਹੱਸ ਕੇ ਸ਼ਹੀਦ ਹੋਵਾਂਗੇ। ਆਪਣੇ ਭਾਰਤ ਵਾਸਤੇ ਅਸੀਂ ਆਪਣਾ ਕੰਮ ਕਰਾਂਗੇ, ਜੋ ਕਿ ਸਾਨੂੰ ਬਖਸ਼ਾ गुरु गोविंद सिंह जी ने कि 1.25 लाख से एक लड़ाऊँ तभी गुरु गोविंद सिंह जी की फौज को हूँ। हम देश के लिए शहीद होने के लिए बिल्कुल तैयार हैं। जहाँ भी हमारे को ऑर्डर मिलेगा। अभी मैं 33 साल सर्विस करके इंडियन आर्मी से अभी 30 अप्रैल को पेंशन आया हूँ एज ए ऑनरी कैप्टन। अगर मेरे को अभी भी ऑर्डर मिला कि आपने उस एरिया में जाना है, उस एरिया की मेरे को पूरी जानकारी है, मैं फ्री अपने देश के लिए सेवा करने के लिए तैयार हूँ। ਬਿਲਕੁਲ। ਤੇ ਇਹੋ ਜਿਹੇ ਜਿਹੜੇ ਲੋਕ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਹਿਮਾਇਤੀ ਬਣਦੇ ਨੇ ਜਾ ਕੇ ਚਾਈਨਾ ਦੀ, ਜਿਨ੍ਹਾਂ ਨੇ ਇਹੋ ਜਿਹਾ ਕਾਰਨਾਮਾ ਕੀਤਾ ਹੈ, ਤੁਸੀਂ ਕੀ ਕਹਿਣਾ ਚਾਹੋਗੇ? हम तो यही कहना चाहें कि हम अपना एक भारत के सोल्जर हैं, भारत के सोल्जर ही रहेंगे। ਬਿਲਕੁਲ। ਇਹ ਜ਼ਰੂਰ ਇੱਕ ਵੱਡਾ ਮੈਸੇਜ ਦਿੱਤਾ ਹੈ। ਇਹਨਾਂ ਦੀ ਉਮਰ ਦੇਖ ਲਓ, ਰਿਟਾਇਰ ਹੋ ਗਏ ਨੇ, ਪਰ ਫਿਰ ਵੀ ਅੱਜ ਵੀ ਕਹਿ ਰਹੇ ਨੇ ਕਿ ਅਸੀਂ ਅੱਜ ਵੀ ਜੇ ਸਾਨੂੰ ਆਰਡਰ ਮਿਲਿਆ ਚਾਈਨਾ ਦੇ ਔਸੀ ਬਾਰਡਰ ਤੇ ਜਾ ਕੇ ਉਹੀ ਮੂੰਹ ਤੋੜ ਜਵਾਬ ਦੇਣ ਦੀ ਹਿੰਮਤ ਰੱਖਦੇ ਹਾਂ ਤੇ ਦੇਸ਼ ਪ੍ਰਤੀ ਜਿਹੜਾ ਜਜ਼ਬਾ ਹੈ ਉਹ ਖਤਮ ਨਹੀਂ ਹੋਇਆ। ਇਹ ਇਹਨਾਂ ਦਾ ਕਹਿਣਾ ਹੈ, ਪੈਸੇ ਪਿੱਛੇ ਨਹੀਂ ਕਰ ਰਹੇ, ਦੇਸ਼ ਭਗਤੀ ਪਿੱਛੇ ਕਰ ਰਹੇ ਨੇ। ਹੋਰ ਵੀ ਕਈ ਸਾਰੇ ਜਿਹੜੇ ਰਿਸ਼ਤੇਦਾਰ ਇਹਨਾਂ ਦੇ ਮੌਜੂਦ ਨੇ, ਤੁਸੀਂ ਕੀ ਕਹੋਗੇ ਜੇ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ? ਇਹੋ ਜਿਹਾ ਜਿਹੜਾ ਮੰਦਭਾਗਾ ਦਿਨ ਹੈ, ਸਾਡੇ 4 ਸਿੱਖ ਨੌਜਵਾਨ ਜਿਹੜੇ ਨੇ ਸੋਲਜਰ ਨੇ ਉਹ ਸ਼ਹੀਦ ਹੋ ਗਏ ਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਸਿੱਖ ਫॉर ਜਸਟਿਸ ਨਾ ਹੈ, ਜਸਟਿਸ ਤਾਂ ਮਿਲੀ ਨਹੀਂ, ਪਰ ਚਾਈਨਾ ਦੇ ਕੋਲ ਜਾ ਕੇ ਜਿਹੜੀ ਹੈ ਉਹ ਲੈਟਰ ਲਿਖ ਕੇ ਉਹਨਾਂ ਨੂੰ ਸਪੋਰਟ ਕਰਨ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਜਿਹੜੇ ਸਾਡੇ 4 ਭਰਾ ਸ਼ਹੀਦ ਹੋਏ ਨੇ, ਉਹਨਾਂ ਦੀ ਕੁਰਬਾਨੀ ਸਾਡੇ ਦੇਸ਼ ਵਾਸਤੇ ਇੱਕ ਬਹੁਤ ਹੀ ਵੱਡੀ ਸ਼ਹਾਦਤ ਹੈ। ਅਗਰ ਸਾਨੂੰ ਕੋਈ ਇਸ ਤੋਂ ਇਲਾਵਾ ਐਕਸਟਰਾ ਕੋਈ ਗਰੁੱਪ ਸਾਨੂੰ ਕੋਈ ਇਸ ਦੇ ਬਾਰੇ ਲਾਲਚ ਦਿੰਦਾ ਹੈ ਜਾਂ ਸਾਨੂੰ ਭੜਕਾਉਂਦਾ ਹੈ, ਨਹੀਂ, ਅਸੀਂ ਆਪਣੇ ਦੇਸ਼ ਦੀ ਸੇਵਾ ਕਰਾਂਗੇ, ਦੇਸ਼ ਦੀ ਆਪਣੀ ਜਾਨ ਨਿਛਾਵਰ ਕਰਾਂਗੇ। ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਸਹਿਮਤ ਹੋ ਇਸ ਗੱਲ ਤੋਂ? हाँ जी, हाँ बिल्कुल सहमत है सर। ਬਿਲਕੁਲ। हाँ जी। ਤੇ ਜਿਹੜੇ ਇਸ ਤਰੀਕੇ ਦੇ ਲੋਕ ਨੇ ਜਿਹੜੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਦੇਸ਼ ਨੂੰ, ਇੰਡੀਅਨ ਆਰਮੀ ਤੇ ਇੱਕ ਤਰੀਕੇ ਦਾ ਅਟੈਕ ਹੈ ਇਹ ਕਿ ਸਿੱਖ ਜਿਹੜੇ ਨੌਜਵਾਨ ਭਰਤੀ ਨੇ ਆਪਣੇ ਦੇਸ਼ ਦੀ ਸੇਵਾ ਕਰ ਰਹੇ ਨੇ, ਪੈਸੇ ਪਿੱਛੇ ਨਹੀਂ ਗਏ, ਉਹ ਆਪਣੇ ਦੇਸ਼ ਪ੍ਰਤੀ ਗਏ ਨੇ। ਕਈਆਂ ਦੇ ਪਿਛਲੇ ਪਿਛੋਕੜ ਜਿਹੜੇ ਨੇ ਉਹ ਆਰਮੀ ਚ ਰਹੇ ਨੇ, ਉਹ ਨਾਲ ਦੇ ਨਾਲ ਸੇਵਾ ਕਰਦੇ ਜਾ ਰਹੇ ਨੇ। ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਜਵਾਬ ਵੀ ਲਵਾਂਗੇ, ਪਰ ਜਵਾਬ ਲੈਣ ਤੋਂ ਪਹਿਲਾਂ ਮੇਰੇ ਜਿਹੜੇ ਐਸੋਸੀਏਟ ਐਡੀਟਰ ਜਗਦੀਪ ਸੰਧੂ ਜੁੜੇ ਹੋਏ ਨੇ। ਜਗਦੀਪ, ਜਿਸ ਤਰੀਕੇ ਦੇ ਨਾਲ ਪਰਿਵਾਰ ਜਿਹੜੇ ਜੁੜੇ ਹੋਏ ਨੇ ਔਰ ਉਹਨਾਂ ਦੇ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਉਹ ਇੰਡੀਅਨ ਆਰਮੀ ਦੇ ਸੋਲਜਰਸ ਨੇ ਔਰ ਰਿਟਾਇਰ ਵੀ ਭਾਵੇਂ ਹੋ ਚੁੱਕੇ ਨੇ, ਪਰ ਫਿਰ ਵੀ ਅੱਜ ਵੀ ਉਹਨਾਂ ਦੇ ਵਿੱਚ ਜਜ਼ਬਾ ਉਹੀ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਲੜਦੇ ਸੀ ਉਹ ਅੱਜ ਵੀ ਲੜਨ ਨੂੰ ਤਿਆਰ ਨੇ। ਵਾਸੂ ਸ਼ਾਇਦ ਇਸੇ ਲਈ ਕਹਿੰਦੇ ਕਿ ਵਨਸ ਅ ਸੋਲਜਰ ਇਜ਼ ਆਲਵੇਜ਼ ਸੋਲਜਰ, ਔਰ ਫੌਜ ਸਾਡੀ ਦੀ ਖਾਸੀਅਤ ਇਹ ਹੋਈ ਹੈ ਕਿ ਕਦੇ ਵੀ ਉਹਨਾਂ ਨੂੰ ਲੋੜ ਪੈਂਦੀ ਹੈ ਉਹ ਦੁਬਾਰਾ ਜੰਗ ਦੇ ਮੈਦਾਨ ਜਾਂਦੇ ਆ। ਆਪਾਂ ਸਿੱਧੇ ਚੱਲਦੇ ਆ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ, ਇਹਨਾਂ ਨੇ ਲੰਬਾ ਸਮਾਂ ਕਸ਼ਮੀਰ ਵਿੱਚ ਵੀ, ਲੇਹ ਲਦਾਖ ਵਿੱਚ ਵੀ ਇਹਨਾਂ ਨੇ ਸਰਵਿਸ ਕੀਤੀ ਹੈ ਔਰ ਇਹ ਬੜੀ ਬਰੀਕੀ ਨਾਲ ਸਮਝਦੇ ਨੇ, ਆਰਮੀ ਨੂੰ ਸਮਝਦੇ ਆ ਔਰ ਸਿੱਖਾਂ ਦੀ ਪਾਰਟਿਸਿਪੇਸ਼ਨ ਨੂੰ ਸਮਝਦੇ ਆ। ਕਾਲੋਂ ਸਾਹਿਬ, ਮੇਰਾ ਸਿੱਧਾ ਸਵਾਲ ਇਹ ਹੈ ਕਿ ਜਿਹੜੇ ਗੁਰਪਤਵੰਤ ਸਿੰਘ ਪੰਨੂ ਵਾਲੇ ਵਰਗੇ ਲੋਕ ਨੇ ਜਿਨ੍ਹਾਂ ਦੀ ਦੁਕਾਨਦਾਰੀ ਚੱਲ ਰਹੀ ਹੈ ਕੈਨੇਡਾ ਔਰ ਅਮਰੀਕਾ ਤੋਂ, ਸਿੱਖਾਂ ਨੂੰ ਗੁੰਮਰਾਹ ਕਰਕੇ ਔਰ ਸਿੱਖਾਂ ਦੇ ਹਮਾਇਤੀ ਬਣ ਰਹੇ ਆ, ਇਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਔਰ ਸਿੱਖਾਂ ਦਾ ਰੋਲ ਜਿਹੜਾ ਇੰਡੀਅਨ ਆਰਮੀ 'ਚ ਕੀ ਰਿਹਾ ਹੈ? ਅੱਜ ਅਸੀਂ ਦੇਖਿਆ ਸਾਡੇ 20 ਜਵਾਨ ਸ਼ਹੀਦ ਹੋਏ, ਉਹਨਾਂ 'ਚੋਂ 4 ਜਿਹੜੇ ਹੈ ਉਹ ਪੰਜਾਬ ਦੇ ਨੇ ਔਰ ਸਾਨੂੰ ਬਹੁਤ ਮਾਣ ਹੈ ਉਹਨਾਂ ਦੀ ਸ਼ਹਾਦਤ ਤੇ। ਔਰ ਜਦ ਤੱਕ ਇਹ ਜਹਾਨ ਰਹੇਗਾ ਉਹਨਾਂ ਨੂੰ ਯਾਦ ਕੀਤਾ ਜਾਏਗਾ ਔਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਰਾ ਡਟ ਕੇ ਪੰਜਾਬ ਦੇ ਨਾਲ ਪੂਰਾ ਦੇਸ਼ ਖੜਾ ਹੈ। ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਗੁਰਪਤਵੰਤ ਸਿੰਘ ਪੰਨੂ ਵਰਗੇ ਜਿਹੜੇ ਲੋਕ ਨੇ ਉਹ ਚਾਈਨਾ ਤੋਂ ਮਦਦ ਮੰਗ ਰਿਹਾ ਕਿ ਸਿੱਖਾਂ ਦੇ ਹਮਾਇਤੀ ਬਣ ਕੇ? ਕਿੰਨਾ ਗਲਤ ਮੈਸੇਜ ਆਉਂਦਾ ਕਿ ਇੱਕ ਪਾਸੇ ਅਸੀਂ ਸ਼ਹਾਦਤ ਦੇ ਰਹੇ ਹਾਂ ਔਰ ਇਹੋ ਜਿਹੀ ਜਿਹੜੀ ਦੁਕਾਨਦਾਰੀ ਲੋਕ ਚਲਾ ਰਹੇ ਆ, ਇਹ ਬੈਠੇ ਉੱਥੇ ਜਿਹੜੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੀ ਦੇਸ਼ ਦੀ ਏਕਤਾ ਅਖੰਡਤਾ ਕਾਇਮ ਰੱਖਦਿਆਂ ਹੋਇਆਂ ਸ਼ਹਾਦਤ ਦਿੱਤੀ ਔਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਦਿਆਂ ਹੋਇਆਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਗੁਰੂ ਮਹਾਰਾਜ ਚੜ੍ਹਦੀਆਂ ਕਲਾਂ 'ਚ ਰੱਖਣ ਔਰ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੇ ਇੱਕ ਐਗਜ਼ਾਮਪਲ ਪੇਸ਼ ਕੀਤੀ ਹੈ। ਉਹ ਐਗਜ਼ਾਮਪਲ ਕਿਉਂਕਿ ਸਵਾਲ ਕੀਤਾ ਗਿਆ ਦੇਸ਼ ਦੇ ਨੌਜਵਾਨ, ਫੌਜ ਦੇ ਨੌਜਵਾਨ ਔਰ ਖ਼ਾਸ ਤੌਰ 'ਤੇ ਸਿੱਖਸ, ਮੈਂ ਉਹਨਾਂ ਬਾਰੇ ਗੱਲ ਕਰਨਾ ਚਾਹੁੰਦਾ। ਉਹਨਾਂ ਦੇ ਬਹਾਦਰੀ ਦਾ ਸਬੂਤ ਅੱਜ ਨਹੀਂ, ਬ੍ਰਿਟਿਸ਼ ਇੰਡੀਆ ਰਾਜ ਸਮੇਂ ਤੋਂ ਜੋ ਗੱਲ ਸ਼ੁਰੂ ਕੀਤੀ ਜਾਏ। ਮੈਂ ਐਗਜ਼ਾਮਪਲ ਲੈਣਾ ਚਾਹੁੰਦਾ ਨਾਇਕ ਨੰਦ ਸਿੰਘ, ਬਾਅਦ 'ਚ ਨਾਇਬ ਸੂਬੇਦਾਰ ਜਮਾਦਾਰ ਉਸ ਸਮੇਂ ਕਹਿੰਦੇ ਸੀ। ਉਹ ਜਾਪਾਨੀਆਂ ਦੇ ਨਾਲ ਜਦੋਂ ਉਹਨਾਂ ਨੇ ਹਮਲਾ ਕੀਤਾ, ਉਸ ਸਮੇਂ ਬ੍ਰਿਟਿਸ਼ ਇੰਡੀਆ ਰਾਜ ਸੀ, ਆਪਣੀ ਇੰਡੀਪੈਂਡੈਂਸ ਨਹੀਂ ਸੀ, ਤੇ ਉੱਥੇ ਜਾਪਾਨੀਆਂ ਉਹ 2 ਵਾਰੀ ਉਹ ਜ਼ਖਮੀ ਹੋ ਗਏ, ਸੈਕਸ਼ਨ ਦੀ ਕਮਾਂਡ ਕਰ ਰਹੇ ਸਨ। ਉਹਨਾਂ ਨੇ ਆਪਣੀ ਰਾਈਫਲ ਦੀ ਬੱਟ ਨਾਲ 10 ਜਾਪਾਨੀਆਂ ਨੂੰ ਮਾਰ ਮੁਕਾਇਆ। ਮੈਂ ਗੱਲ ਕਰਨਾ ਚਾਹੁੰਦਾ ਉਮਰਾਓ ਸਿੰਘ ਦੀ, ਹਰਿਆਣਾ ਦੇ, ਜਿਨ੍ਹਾਂ ਨੇ ਕਿ ਵਰਲਡ ਵਾਰ 2 'ਚ ਫਿਰ
ਜਦੋਂ ਅਮਨੀਸ਼ਨ ਖਤਮ ਹੋ ਗਿਆ, ਇੱਕ ਤੋਪਖਾਨੇ ਤੇ ਹਵਲਦਾਰ ਸਨ, ਉੱਥੇ ਫਿਰ ਉਹ ਜਿਹੜੀ ਗਨ ਦੇ ਪਿੱਛੇ ਉਹ ਸਪਾਈਕ ਲੱਗੀ ਹੁੰਦੀ ਜਿਹਦੇ ਨਾਲ ਅਸੀਂ ਗਨ ਨੂੰ ਸ਼ਿਫਟ ਕਰਦੇ ਹਾਂ, ਉਹੋ ਹੀ ਕੱਢ ਕੇ ਅਮਨੀਸ਼ਨ ਖਤਮ ਹੋ ਗਿਆ। ਉਹਨੇ ਵੈਰੀਆਂ ਨੂੰ ਮਾਰ ਮੁਕਾਇਆ। ਦੋਵਾਂ ਨੂੰ ਵਿਕਟੋਰੀਆ ਕ੍ਰਾਸ ਨਾਲ ਸਨਮਾਨਿਤ ਕੀਤਾ ਗਿਆ। ਜੇ ਮੈਂ ਗੱਲ ਕਰਾਂ 22 ਸਿੱਖਾਂ ਦੀ ਸਾਰਾ ਗੜੀ ਕਿਹਦੇ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ? ਭਾਵੇਂ ਉਸ ਵੇਲੇ ਸਾਡਾ ਬ੍ਰਿਟਿਸ਼ ਇੰਡੀਆ ਰਾਜ ਸੀ, ਪਰ ਆਪਣੀ ਕੌਮ, ਆਪਣਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਸਿੱਖ ਜਗਤ ਦੇ ਵਿੱਚ। ਕਿ ਕਿੱਦਾਂ ਉਹਨਾਂ ਨੇ 10,000 ਕਬਾਲੀਆਂ ਨਾਲ ਇੱਕ ਇੱਕ ਕਰਕੇ ਜਾਨ ਸ਼ਹਾਦਤ ਦਾ ਜਾਮ ਪੀ ਗਏ। ਉਹਨਾਂ ਵੱਲ ਦੇਖੋ ਤੁਸੀਂ। ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਬਹਾਦਰੀ ਦੇ ਜਿਹੜੇ ਕਾਰਨਾਮੇ ਕੀਤੇ, ਜਿਹੜੇ ਸਾਡੇ ਕੋਲ ਜੇ ਪਰਮਵੀਰ ਚੱਕਰਾਂ ਦੀ ਗੱਲ ਕੀਤੀ ਜਾਏ, ਪੰਜਾਬ ਦੇ 4 ਪਰਮਵੀਰ ਚੱਕਰਾਂ ਨੇ, ਸਭ ਤੋਂ ਜ਼ਿਆਦਾ ਹੋਰ ਕਿਸੇ ਸਟੇਟ ਦੇ ਨਹੀਂ, ਉਹ ਤੋਂ ਜ਼ਿਆਦਾ ਸਿੱਖ ਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਇੱਕ ਗੁੰਮਰਾਹ ਕਰਨ ਵਾਲੀ, ਉਹ ਦੇਸ਼ ਦੇ ਹਿੱਤਾਂ ਦੀ ਰਖਵਾਲੀ ਨਹੀਂ ਕਰਨ ਵਾਲੇ। ਉਹਨਾਂ ਨੂੰ ਕੀ ਪਤਾ ਹੈ? ਭਾਰਤੀ ਸੰਵਿਧਾਨ ਦੀ ਕਸਮ ਖਾਂਦਾ ਹਰ ਇੱਕ ਫੌਜੀ। ਉਹ ਇੱਕੋ ਇੱਕ ਸੰਸਥਾ ਫੌਜ ਹੈ ਜਿਹੜੀ ਕਿ ਇੱਕ ਸੰਵਿਧਾਨ ਦੀ ਕਸਮ ਖਾਂਦੇ ਨੇ। ਔਰ ਖ਼ਾਸ ਤੌਰ ਤੇ ਸਿੱਖਾਂ ਦੀ ਮੈਂ ਸਮਝਦਾ ਹਾਂ ਉਹਨਾਂ ਤੇ ਸ਼ੰਕਾ ਕਰਨਾ, ਉਹਨਾਂ ਨੂੰ ਗੁੰਮਰਾਹ ਕਰਨਾ ਇਹ ਬਿਲਕੁਲ ਨਹੀਂ ਹੋਏਗਾ। ਔਰ ਨਾ ਇਹ ਕਾਮਯਾਬ ਹੋ ਸਕਦੇ ਨੇ। ਹੂਜ ਪੰਨੂ ਉਹਦੀ ਕੀ ਉਹ ਹੈਸੀਅਤ ਹੈਗੀ ਹੈ। ਮੈਂ ਇੱਥੇ ਵਾਰਨਿੰਗ ਦੇਣਾ ਚਾਹੁੰਦਾ ਆਪਕੇ ਚੈਨਲ ਤੋਂ। ਮੈਂ ਇੱਥੇ ਦੱਸਣਾ ਚਾਹੁੰਦਾ ਸੰਦੇਸ਼ ਪੂਰੇ ਸਾਡੇ ਸਿੱਖ ਫੌਜੀਆਂ ਨੂੰ ਕਿ ਦੇਖੋ 84 ਚ ਕੀ ਹੋਇਆ ਸੀ। ਇਹਦੀ ਤਾਂ ਕੋਈ ਹੈਸੀਅਤ ਨਹੀਂ ਹੈਗੀ। ਮੈਂ ਨਾਂ ਲੈ ਕੇ ਦੱਸ ਦਿਆਂ, ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਅਦ ਚ ਮੁੱਖ ਮੰਤਰੀ ਬਣੇ। ਉਹਨਾਂ ਨੇ ਕਿਹਾ ਸੀ ਫੌਜਾਂ ਇਹ ਛੱਡ ਕੇ ਆ ਜਾਣ, ਫੌਜਾਂ ਹਰਿਮੰਦਰ ਸਾਹਿਬ ਪਹੁੰਚਣ। ਕਈਆਂ ਨੇ ਗਲਤੀਆਂ ਕੀਤੀਆਂ ਬਹੁਤ ਸਾਰੇ। ਮੈਂ ਉਸ ਵੇਲੇ ਯੂਨਿਟ ਕਮਾਂਡ ਕਰ ਰਿਹਾ ਸੀ ਪੁੰਛ, ਪ੍ਰੀਡੋਮੀਨੈਂਟਲੀ ਸਿੱਖ ਯੂਨਿਟ। ਇੱਕ ਬੰਦਾ ਨਹੀਂ ਹਿਲਿਆ ਉੱਥੇ, ਇੱਕ ਜਵਾਨ ਨਹੀਂ, ਬਲਕਿ ਅਸੀਂ ਦੂਜੀ ਪਲਟਨਾਂ ਨੇ ਵੀ ਰੋਕਿਆ। ਮੇਰਾ ਕਹਿਣ ਤੋਂ ਉਹਨਾਂ ਦੀ ਹਾਲਤ ਦੇਖੋ ਜਿਹੜੇ ਧਰਮੀ ਸਿੱਖ ਕਹੇ ਜਾਂਦੇ ਨੇ ਪੰਜਾਬ 'ਚ। ਮੈਂ ਐਜ਼ ਏ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ 'ਚ ਜਦੋਂ ਮੈਂ ਲੱਗਿਆ 5 ਸਾਲ ਰਿਹਾ, ਮੈਂ ਉਹਨਾਂ ਦੀ ਦੁਰਦਸ਼ਾ ਦੇਖੀ ਹੈ। ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ। ਇੱਕ ਉਹਨਾਂ ਨੂੰ ਕਿਹਾ ਗਿਆ ਸੀ ਤੇ ਉਹ ਇੱਕ ਲੀਡਰ ਦੇ ਕਹਿਣ ਤੇ, ਲੀਡਰ ਵੈਲ ਨੋਨ ਲੀਡਰ, ਇਹ 'ਚ ਕੋਈ ਸ਼ੱਕ ਨਹੀਂ, ਜਿਹਦੀ ਕੋਈ ਹੈਸੀਅਤ ਸੀ, 5 ਵਾਰੀ ਚੀਫ ਮਿਨਿਸਟਰ ਉਹਦੇ ਬਾਅਦ ਚ ਬਣੇ ਰਹੇ। ਕਾਲੂ ਸਾਹਿਬ ਉਹ ਇੱਕ ਪੋਲੀਟੀਕਲ ਚੀਜ਼ ਸੀ। ਚਲੋ ਉਹ ਆਪਾਂ ਅਤੀਤ ਵਿੱਚ ਨਹੀਂ ਜਾਂਦੇ। ਗੱਲ ਹੋ ਰਹੀ ਪ੍ਰੈਜ਼ੀਡੈਂਟ ਦੀ ਵੀ ਜਿਸ ਚਾਈਨੀਜ਼ ਫੋਰਸ ਨੇ ਸਾਡੇ ਜਿਹੜੇ ਸਿੱਖ ਜਿਹੜੇ ਉਹਨਾਂ ਨੂੰ ਸ਼ਹੀਦ ਕੀਤਾ, ਜਾਂ ਸਾਡੇ ਦੇਸ਼ ਵਾਸੀ ਜਿਹੜੇ 20 ਜਵਾਨ ਸਾਡੇ ਦੇਸ਼ ਦੇ ਗਏ ਆ, ਉਹ ਵੀ ਸਾਡੇ ਭਰਾ ਸੀਗੇ। ਇਹੋ ਜਿਹੇ ਬੰਦੇ ਜਿਹੜੇ ਗੁਰਪਤਵੰਤ ਸਿੰਘ ਪੰਨੂ, ਇਹਨਾਂ ਨੂੰ ਕਿਵੇਂ ਸਰਕਾਰ ਨੂੰ ਡੀਲ ਕਰਨਾ ਚਾਹੀਦਾ ਔਰ ਕੀ ਮੈਸੇਜ ਦੇਣਾ ਚਾਹੀਦਾ? ਕਿਉਂਕਿ ਆਏ ਦਿਨ ਇਹ ਕਦੀ ਕਰਾਚੀ ਦੇ ਨੰਬਰ ਤੋਂ, ਕੱਲ ਕਿਸੇ ਚਾਈਨੀਜ਼ ਨੰਬਰ ਤੋਂ ਵੀ ਇਹਨਾਂ ਨੇ ਫੋਨ ਕੀਤੇ ਆ, ਪੰਜਾਬ ਦੇ ਲੋਕਾਂ ਨੂੰ ਫੋਨ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਬਿਲਕੁਲ। ਔਰ ਜਗਦੀਪ ਜੀ ਮੈਂ ਸੌਰੀ ਇੰਟਰਰਪਟ ਕਰਨਾ ਚਾਹਾਂਗਾ ਕਿਉਂਕਿ ਆਈਜੀ ਪੌਲ ਵੀ ਸਾਡੇ ਨਾਲ ਜੁੜ ਚੁੱਕੇ ਨੇ। ਆਈਜੀ ਪੌਲ ਹੁਣ ਉਹਨਾਂ ਦਾ ਵੀ ਰਿਐਕਸ਼ਨ ਲੈ ਲਈਏ ਕਿ ਉਹ ਕੀ ਸੋਚਦੇ ਨੇ ਜਿਹੜਾ ਇਹ ਗੁਰਪਤਵੰਤ ਸਿੰਘ ਪੰਨੂ ਉਹਨਾਂ ਵੱਲੋਂ ਇਹ ਇਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਪੌਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ। ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਬ੍ਰਿਗੇਡੀਅਰ ਕਾਲੋਂ ਦੇ ਨਾਲ, ਪੂਰੀ ਤਰ੍ਹਾਂ ਨਾਲ। ਇਹ ਗੁੰਮਰਾਹ ਕਰਕੇ ਆਪਣੀ ਕੌਮ ਦੇ ਉੱਤੇ ਤੁਸੀਂ ਸ਼ੱਕ ਪੈਦਾ ਕਰ ਰਹੇ ਹੋ ਕਿ ਸਾਡੇ ਆਦਮੀ ਪੈਟਰੀਆਟਿਕ ਨਹੀਂ ਹੈਗੇ। ਇਹ ਸ਼ਰਮ ਦੀ ਗੱਲ ਹੈ ਕਿਉਂਕਿ ਸਾਡੇ ਆਦਮੀ ਦੇ ਸਭ ਤੋਂ ਜ਼ਿਆਦਾ ਪੈਟਰੀਆਟਿਕ ਰਹੇ ਨੇ। ਆਪ ਕੀ ਗੱਲ ਕਰਦੇ ਹੋ? ਮੈਨੂੰ ਪਤਾ ਹੈ ਕਿ ਹੌਟ ਸਪ੍ਰਿੰਗ ਲੇਹ ਦੇ ਵਿੱਚ ਸੀਆਰਪੀ ਦੇ ਜਵਾਨ ਉੱਤੇ, ਸੀਆਰਪੀ ਦੇ ਸਰਦਾਰ ਦੇ ਖੜੇ ਹੋ ਕੇ ਗੋਲੀਆਂ ਖਾਦੀਆਂ। ਅੱਜ ਤੱਕ ਉੱਥੇ ਮਾਰਟਾਇਰਸ ਦੇ ਹਿੰਦੁਸਤਾਨ 'ਚ ਮਨਾਇਆ ਜਾਂਦਾ 62 ਦਾ, ਜਿਹੜਾ ਹੌਟ ਸਪ੍ਰਿੰਗ 'ਚ ਨਾ ਖੜੇ ਹੋਏ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਕੱਛ ਵਿੱਚ ਸੀਆਰਪੀ ਦਾ ਹੋਇਆ ਤੇ ਕੱਛ ਵਿੱਚ ਵੀ ਸਾਡੀ ਜੀ ਕੰਪਨੀ ਨੇ ਜੋ ਇਹਨਾਂ ਦੇ ਇੱਕ ਬ੍ਰਿਗੇਡ ਦਾ ਮੁਕਾਬਲਾ ਕੀਤਾ ਸੀ ਪਾਕਿਸਤਾਨ ਦਾ, ਉਹਦੇ ਵੀ ਮੇਰੇ ਸਰਦਾਰ ਜਵਾਨ ਸਨ। ਮੈਂ ਇਹ ਕਹਿਣਾ ਚਾਹੁੰਦਾ ਹਰ ਜਗ੍ਹਾ ਦੇ ਉੱਤੇ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ ਔਰ ਕੁਝ ਆਦਮੀ ਗੁੰਮਰਾਹ ਕਰਕੇ ਆਪਣੀ ਕੌਮ ਦੀ ਬਦਨਾਮੀ ਕਰ ਰਹੇ ਹੋ। ਇਹਦਾ ਕੋਈ ਫਾਇਦਾ ਨਹੀਂ ਹੈ। ਆਪਣੀ ਬਦਨਾਮ ਨਾ ਕਰੋ ਭਾਈ। ਇਹ ਕੌਮ ਜਿਹੜੀ ਨਾ ਇਹ ਸ਼ਹੀਦਾਂ ਦੀ ਬਹੁਤ ਹੀ ਇੱਜ਼ਤ ਕਰਦੀ ਹੈ। ਸ਼ਹੀਦਾਂ ਨੂੰ ਤੇ ਅੱਖਾਂ ਤੇ ਅਸੀਂ ਖਾਂਦੇ ਹੈਗੇ ਆ। ਇਸੇ ਕਰਕੇ ਸ਼ਹੀਦੀ ਦਾ ਜਜ਼ਬਾ ਜਿਹੜਾ ਨਾ ਸਿੱਖ ਕੌਮ ਦਾ, ਇਹਨੂੰ ਖਰਾਬ ਨਾ ਕਰੋ ਗਲਤ ਲੋਕਾਂ ਨੂੰ ਪਾ ਕੇ। ਦੂਸਰੀ ਗੱਲ, ਜਿਹੜੇ ਹਾਲਾਤ ਅੱਜ ਬਣ ਰਹੇ ਨੇ, ਤੁਹਾਨੂੰ ਅੱਛੀ ਤਰ੍ਹਾਂ ਪਤਾ ਹੈ ਕਿ ਇਹਦੇ ਵਿੱਚ ਪਾਕਿਸਤਾਨ ਨੂੰ ਤਾਂ ਫਾਇਦਾ ਹੀ ਫਾਇਦਾ ਹੈ। ਕਿ ਫਿਰ ਤੁਸੀਂ ਪਾਕਿਸਤਾਨ ਦੇ ਹੱਥ ਕੰਡੇ ਬਣਨਾ ਚਾਹੁੰਦੇ ਹੋ? ਪਾਕਿਸਤਾਨ ਹਰ ਹਾਲਤ ਚਾਹੇਗਾ ਕਿ ਜਿੰਨੀ ਵੀ ਐਸਕੇਲੇਸ਼ਨ ਹੋਏ ਇੰਡੀਆ ਚਾਈਨਾ ਦੀ, ਉਹਨਾਂ ਨੂੰ ਫਾਇਦਾ ਹੈ ਕਿਉਂਕਿ ਚਾਈਨਾ ਉਹਨਾਂ ਦੀ ਮਦਦ ਕਰੂਗਾ। ਉਹ ਔਰ ਚਾਈਨਾ ਵਾਲੇ ਜਿਹੜੇ ਇਕਨੋਮਿਕ ਕੋਰੀਡੋਰ ਬਣਾ ਰਹੇ ਨੇ POK, ਉਹਨਾਂ ਨੂੰ ਹੋਰ ਤੁਸੀਂ ਸਟ੍ਰੈਂਥਨ ਕਰ ਰਹੇ ਹੋ।
ਕਿਉਂਕਿ ਉਹ ਪਾਕਿਸਤਾਨ, ਤੁਸੀਂ ਜਦ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰੋਗੇ ਜਦ ਕਿ ਸਾਰਾ ਟੈਰਰਿਜ਼ਮ ਪਾਕਿਸਤਾਨ ਨੇ ਫੈਲਾਇਆ ਸੀ, ਉਹਨਾਂ ਨੂੰ ਹੁਣ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿਓ ਫਿਰ ਦੁਬਾਰਾ। ਔਰ ਪਾਕਿਸਤਾਨ ਜਿਹੜੇ ਅੱਜ ਵੀ ਚੀਨ ਨਾਲ ਮਿਲ ਕੇ, ਉਹਨਾਂ ਦੇ ਕੋਲ 2 ਤਰੀਕੇ ਨੇ ਜੀ। ਪਾਕਿਸਤਾਨ ਕੋਲ ਪ੍ਰੋਕਸੀ ਮਾਰਨਾ, ਚਾਈਨਾ ਦੇ ਕੋਲ ਤਰੀਕਾ ਹੈ ਲਿਬਰ ਐਂਡ ਈਟ, ਛੋਟਾ ਛੋਟਾ ਕਰਕੇ ਖਾਈ ਜਾਓ ਔਰ ਉਸੇ ਲੜਾਈ ਕਰੀ ਜਾਓ, ਔਰ ਕਦੇ ਜਿੱਥੇ ਟੈਰੀਟਰੀ ਮਿਲੀ ਉਹਨੂੰ ਲਿਬਰ ਕਰ ਲਓ ਫਿਰ ਖਾ ਲਓ। ਉਹਨਾਂ ਦਾ ਇਹ ਦੋਨੋਂ ਇੱਕ ਕਿਸਮ ਦੀ ਐਸੀ ਵਾਰ ਹੈ ਜਿਹਦੇ ਵਿੱਚ ਸ਼ਹਾਦਤ ਵੀ ਦੇਣੀ ਪੈਂਦੀ ਹੈ ਔਰ ਸਟਰੋਂਗ ਸਟੈਂਡ ਵੀ ਆਫਿਸਰ ਉੱਥੇ ਹੈਗੇ ਨੇ ਜੋ ਸਟੈਂਡ ਲੈਣ ਵਾਲੇ ਨੇ। ਲੈਣਾ ਕਿਸ ਤਰ੍ਹਾਂ ਲੈਣਾ ਚਾਹੀਦਾ, ਇਹਨੂੰ ਡੀਐਸਕੇਲੇਸ਼ਨ ਕਰਨ ਦਾ ਵੀ ਜ਼ਰੂਰੀ ਹੈ। ਇਹ ਤਾਂ ਮੈਂ ਸਮਝਦਾ ਕਿਉਂਕਿ ਇਹ ਜਿਹੜੀ ਟੱਸਰ ਹੈ, ਇਸ ਟੱਸਰ ਨੂੰ ਐਸਕਲੇਟ ਕਰਕੇ ਲੈਡਰ ਤੇ ਨਹੀਂ ਜਾਣ ਦੀ ਲੋੜ, ਕਿਉਂਕਿ ਇਸ ਵੇਲੇ ਅਸੀਂ ਜੋ ਬੈਠੇ ਆ ਡੋਮੀਨੇਟ ਪੋਜੀਸ਼ਨ 'ਚ ਬੈਠੇ ਆ। ਸਾਡੀ ਜਿਹੜੀ ਉਹ ਸੜਕ ਹੈ ਉਹਨਾਂ ਨੂੰ ਉਹਦੇ ਬੜੀ ਖਾਰ ਹੋਈ ਹੈ, ਜਿਹੜੀ ਅਸੀਂ ਸੜਕ ਬਣਾਈ ਹੋਈ ਹੈ ਉਹ ਡੋਮੀਨੇਟਿੰਗ ਪੋਜੀਸ਼ਨ ਆ, ਉਹਨਾਂ ਨੇ ਹੌਲੀ ਹੌਲੀ ਕਰਕੇ। ਪੌਲ ਸਾਹਿਬ ਇੱਕ ਸਵਾਲ ਇਹ ਹੈਗਾ ਕਿ ਜਿਸ ਤਰੀਕੇ ਦੇ ਨਾਲ ਇੱਕ ਆਡੀਓ ਜਿਹੜਾ ਇਹਦਾ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਕੀਤਾ ਗਿਆ, ਉਸ ਆਡੀਓ ਦੇ ਵਿੱਚ ਕਿਹਾ ਕਿ ਜਿੰਨੇ ਵੀ ਜਿਹੜੇ ਸਿੱਖ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਨੇ ਉਹ ਭਾਰਤੀ ਫੌਜ ਨੂੰ ਛੱਡ ਦੇਣ, ਫੌਜ ਨੂੰ ਛੱਡ ਕੇ ਉਹ ਸਾਡੇ ਨਾਲ ਜੁੜਨ, ਅਸੀਂ ਉਹਨਾਂ ਨੂੰ ਤਨਖਾਹਾਂ ਵੀ ਦੇਵਾਂਗੇ। ਇਸ ਦੇ ਪਿੱਛੇ ਕੀ ਮਕਸਦ ਹੋ ਸਕਦਾ ਹੈ? ਬਈ ਕੀ ਅਸੀਂ ਮਕਸਦ ਨਹੀਂ ਆ ਕਿ ਸਰਦਾਰ ਨੇ ਸਿਰਫ ਪੈਸੇ ਵਾਸਤੇ ਅਸੀਂ ਜਾਂਦੇ ਆ, ਆਰਮੀ 'ਚ ਪੁਲਿਸ ਪੈਸੇ ਵਾਸਤੇ ਜਾਂਦੇ ਆ। ਮੇਰੇ ਕੋਲ ਸਭ ਤੋਂ ਜ਼ਿਆਦਾ ਜਵਾਨ ਜਿਹੜੇ 65 ਦੇ ਵਿੱਚ ਜਦੋਂ ਇਨਫਿਲਟ੍ਰੇਸ਼ਨ ਹੋਈ ਕਸ਼ਮੀਰ ਦੇ ਵਿੱਚ, ਮੇਰੇ ਜਵਾਨ ਜਿਹੜੇ ਸਨ ਉਹ ਪਹਿਲੇ ਰਹਿ ਕੇ LI ਸਨ, ਲਾਈਟ ਇਨਫੈਂਟਰੀ ਦੇ, ਸਿੱਖ LI ਦੇ। ਉਹ ਲੇਖ ਸਿੰਘ ਲਾਸਟ ਨਾਈਟ ਉਹਨੇ ਵਾਇਲ ਬ੍ਰਿਜ ਤੇ 700 ਤੋਂ ਜ਼ਿਆਦਾ ਲੜਾਈ ਕਰਕੇ ਉੱਥੇ ਹੀ ਉਹਨੂੰ ਗੈਰੰਟੀ ਅਵਾਰਡ ਮਿਲਿਆ। ਤਾਂ ਕੀ ਮਕਸਦ ਨਹੀਂ ਆ ਅਸੀਂ ਪੈਸੇ ਲੈਣ ਲਈ ਉੱਥੇ ਜਾਂਦੇ ਆ? ਬਈ ਇਹ ਕੌਮ, ਉਹਨਾਂ ਦਾ ਸਾਡਾ ਇੱਕ ਜਜ਼ਬਾ ਹੈ, ਸਾਡਾ ਜਜ਼ਬਾ ਹੈ ਕਿ ਅਸੀਂ ਆਪਣੀ ਕੌਮ ਨੂੰ, ਆਪਣੇ ਦੇਸ਼ ਨੂੰ ਬਚਾਉਣਾ ਹੈ, ਹਰ ਲਿਹਾਜ਼ से उसे ਤਿਆਰ ਵਰ ਤਿਆਰ ਆ। ਲੇਕਿਨ ਇਹ ਕਹਿ ਕੇ ਤੁਸੀਂ ਇਹਨਾਂ ਨੂੰ ਮਰਸਰੀ ਬਣਾਤਾ ਹੈ ਕਿ ਜੋ ਤੁਹਾਨੂੰ ਅਸੀਂ 1 ਲੱਖ ਰੁਪਏ ਦੇ ਕੇ ਸ਼ਹਾਦਤ ਦੇ ਦਿਓ, 2 ਲੱਖ, ਇਹ ਤੇ ਮਤਲਬ ਇੱਕ ਸ਼ਰਮਨਾਕ ਬਾਤ ਹੈ। ਤੁਹਾਨੂੰ ਮਰਸਰੀ ਬਣਾ ਰਹੇ ਹੋ, ਸ਼ਹੀਦਾਂ ਦੀ ਕੌਮ ਨੂੰ ਮਰਸਰੀ ਕੌਮ ਤਰ੍ਹਾਂ ਨਾ ਬਣਾਓ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹਨਾ ਕਿ ਇਹਨਾਂ ਦੇ ਹੈ ਸਭ ਤੋਂ ਪਹਿਲੇ ਸ਼ੁਰੂ 'ਚ ਇਹਨਾਂ ਨੇ ਪਾਕਿਸਤਾਨ ਨੇ ਪੰਜਾਬ ਦੇ ਵਿੱਚ ਇੱਕ ਕਹਾਣੀ ਸ਼ੁਰੂ ਕਰਾਈ ਸੀ। ਸਾਡੇ ਪੰਜਾਬ ਕੰਮ ਕਰਨ ਵਾਲੇ ਪਾਕਿਸਤਾਨੀ ਸੀ, ਜਿਹੜੇ ਕਾਲਾ ਸਾਹਿਬ ਨੇ ਪੁੱਛ ਸਨ, ਮੈਂ ਉਹਨਾਂ ਦੇ ਵਿੱਚ ਪੰਜਾਬ 'ਚ ਰਿਹਾ, ਤੁਹਾਨੂੰ ਪਤਾ ਅੱਛੀ ਤਰ੍ਹਾਂ ਦੇ, ਔਰ ਮੈਂ JNK 'ਚ ਵੀ ਬੜੀ ਦੇਰ ਰਿਹਾ। ਮੈਨੂੰ ਪਤਾ ਹੈ ਕਿ ਇਹ ਸਾਡਾ ਸਭ ਤੋਂ ਜ਼ਿਆਦਾ ਪਿੱਛੇ ਆ ਕੇ ਖੁਰਾਕ ਝੌਂਪਣ ਵਾਲਾ ਜਿਹੜੇ ਸਨ, ਇਹ ਜਿਹੜਾ ਛੁਰਾ ਹੈ ਇਹ ਪਾਕਿਸਤਾਨ ਘੌਂਪਦਾ ਰਿਹਾ। ਰਾਈਟ, ਠੀਕ ਹੈ। ਪੌਲ ਸਾਹਿਬ ਬ੍ਰਿਗੇਡੀਅਰ ਕਾਲੋਂ ਵੀ ਸਾਡੇ ਨਾਲ ਜੁੜੇ ਹੋਏ ਨੇ। ਬ੍ਰਿਗੇਡੀਅਰ ਕਾਲੋਂ, ਦੋਹਰਾ ਚਿਹਰਾ ਇੱਕ ਸਾਹਮਣੇ ਤਾਂ ਆ ਹੀ ਗਿਆ। SFJ ਦੇ ਜਿਹੜੇ ਇਹ ਗੁਰਪਤਵੰਤ ਸਿੰਘ ਪੰਨੂ ਆਪਣੇ ਆਪ ਨੂੰ ਸਿੱਖਾਂ ਦਾ ਹਮਾਇਤੀ ਦੱਸਦਾ ਹੈ। ਦੋਹਰਾ ਚਿਹਰਾ ਤਾਂ ਆ ਹੀ ਗਿਆ ਕਿ ਇੱਕ ਪਾਸੇ ਤਾਂ ਸਿੱਖਾਂ ਨੂੰ ਜੋੜਨ ਦੀ ਗੱਲ ਕਰਦਾ, ਦੂਸਰੇ ਪਾਸੇ ਸਿੱਖਾਂ ਨੂੰ ਹੀ ਭੜਕਾ ਰਿਹਾ ਕਿ ਭਾਰਤੀ ਫੌਜ ਛੱਡ ਦਿਓ। ਜਗਦੀਪ ਜੀ ਨੇ ਵੀ ਮੈਨੂੰ ਜਿਹੜਾ ਸਵਾਲ ਕੀਤਾ ਸੀ ਕਿ ਹੁਣ ਕੀ ਕਰਨਾ ਚਾਹੀਦਾ ਹੈ, ਦੇਖੋ ਇਹ ਸਾਈਕੋਲੋਜੀਕਲ ਵਾਰਫੇਅਰ ਹੈ। 2020 ਦਾ ਕੋਈ ਮੇਰਾ ਨਹੀਂ ਖਿਆਲ ਪੰਜਾਬ ਦੀ ਜੇ ਗੱਲ ਕਰੀਏ ਕੋਈ ਇੰਨਾ ਕੋਈ ਉਹਨਾਂ ਨੂੰ ਉਤਸ਼ਾਹ ਮਿਲਦਾ, ਕੋਈ ਇਨਕਰੇਜਮੈਂਟ ਹੈ ਨਹੀਂ ਕੁਛ। ਦੇਖੋ ਬਲੈਕ ਸ਼ੀਪ ਤੇ ਹੁੰਦੀਆਂ ਨੇ, ਮਗਰ ਇਸ ਵੇਲੇ ਲੋੜ ਹੈਗੀ ਹੈ ਕਿ ਸਾਡੇ ਸਿੱਖ ਜਗਤ ਦੇ ਅੰਦਰ ਕੋਈ ਇਸ ਕਿਸਮ ਦੀ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੇ। ਇਹਦੇ ਵਿੱਚ ਸਾਡੀਆਂ ਧਾਰਮਿਕ ਜਥੇਬੰਦੀਆਂ, ਸਿਆਸੀ ਜਥੇਬੰਦੀਆਂ, ਸਾਡੀ ਫੌਜੀ ਸਾਬਕਾ ਫੌਜੀਆਂ ਦੀ ਜਥੇਬੰਦੀਆਂ, ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਸਾਬਕਾ ਫੌਜੀ ਹੈਗਾ, ਉਹਨਾਂ ਦੇ ਅੱਗੋਂ ਪਰਿਵਾਰ ਦੇ ਵਿੱਚ ਮੈਂਬਰ ਹੈਗੇ ਨੇ, ਉਹ ਇੱਕ ਚੰਗਾ ਸੰਦੇਸ਼ ਦੇ ਸਕਦੇ ਨੇ ਕਿ ਦੇਸ਼ ਦੀ ਸਰਹੱਦਾਂ ਦੀ ਰਖਵਾਲੀ ਕਰਨ ਵਾਸਤੇ ਸਿੱਖਾਂ ਨੇ ਜਿੰਨਾ ਯੋਗਦਾਨ ਪਾਇਆ ਉਹ ਕਾਬਲੇ ਤਾਰੀਫ ਹੈ। ਇਹ ਸਾਈਕੋਲੋਜੀਕਲ ਵਾਰਫੇਅਰ ਜਿਹੜੀ ਕਰ ਰਿਹਾ, ਔਰ ਕੌਣ ਹੈ ਚੀਨ ਨੂੰ ਕਰਕੇ, ਉਹ ਚੀਨ ਇਹਦੇ ਕਹਿਣ ਤੇ ਕੀ ਕਰੇਗਾ। ਸਾਡੇ ਫੌਜੀਆਂ ਨੂੰ ਉਹਨਾਂ ਦੀ ਜਿਹੜੀ ਮੈਂਟਲ ਸਟੇਟ ਹੈ ਉਹ ਬੜੀ ਸਪਸ਼ਟ ਹੈ, ਠੀਕ ਹੈ। ਮੇਰਾ ਨਹੀਂ ਖਿਆਲ ਕਿ ਕੋਈ ਵੀ ਫੌਜੀ ਇਹਦੇ ਗੁੰਮਰਾਹ ਇਹ ਤੇ ਹੋ ਸਕਦਾ ਹੈ, ਔਰ ਸਬਕ ਪਾਸ ਤੋਂ ਸਿੱਖਣ ਦੀ ਲੋੜ ਹੈ, ਇਹਨੂੰ ਕਾਊਂਟਰ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡੀ ਧਾਰਮਿਕ ਜਥੇਬੰਦੀਆਂ ਨੇ ਬਹੁਤ ਸਾਰੀਆਂ, ਉਹ ਗਲਤ ਪ੍ਰਚਾਰ 'ਚ ਨਾ ਆਉਣ। ਇਸੇ ਤਰੀਕੇ ਨਾਲ ਸਾਡੀਆਂ ਬਾਕੀ ਜਿਹੜੀਆਂ ਜਥੇਬੰਦੀਆਂ ਨੇ, ਔਰ ख़ास ਤੌਰ ਤੇ ਇਹ ਜਦੋਂ ਸਾਡੇ ਸੰਵਿਧਾਨ ਦੀ ਕਸਮ ਖਾਂਦੇ ਨੇ, ਔਰ ਸਿੱਖ, ਮੈਂ ਇੱਕ ਹੋਰ ਗੱਲ ਦੱਸਾਂ ਕਿ ਸਿੱਖ ਰੈਜੀਮੈਂਟ ਦਾ, ਮੈਂ ਸਿੱਖ ਰੈਜੀਮੈਂਟ, ਸਿੱਖ ਤੇ ਵੈਸੇ ਹੋਰ ਸਾਰੇ ਸਪੋਰਟਿੰਗ ਆਰਮ 'ਚ ਵੀ ਹੈਗੇ ਨੇ, ਤੋਪਖਾਨੇ 'ਚ ਬਾਕੀ ਨੇ, ਉੱਥੇ ਉਹਨਾਂ ਨੂੰ ਇਹ ਜਨਰਲ ਹਰਬਖਸ਼ ਸਿੰਘ ਦੇਸ਼ ਔਰ ਪੰਜਾਬ ਦਾ ਮਹਾਨ ਸਪੂਤ, ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਜਦੋਂ ਸਿੱਖ ਰੈਜੀਮੈਂਟ ਪਾਸ ਆਊਟ ਹੋ ਕੇ ਉੱਥੋਂ ਆਉਂਦੀ ਹੈ
ਤੇ ਉੱਥੇ ਉਹਨਾਂ ਨੂੰ ਗਾਇਨ ਕਰਨਾ ਪੈਂਦਾ ਹੈ, ਦੇਸ਼ ਸੇਵਾ ਵਰ ਮੋਹਿ ਹੈ शुभ कर्म ते कबू ना डरो ना डरो और सो Right. जब जाए लड़ो निश्चय कर अपनी जीत करो। ਬਿਲਕੁਲ ਬਿਲਕੁਲ ਇਹ ਬ੍ਰਿਗੇਡੀਅਰ ਜੀਤ- ਗਾਲੋ, ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਇਸ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਹੈਗਾ। ਬ੍ਰੇਕ ਤੋਂ ਬਾਅਦ ਵੀ ਇਸ ਚਰਚਾ ਨੂੰ ਜਾਰੀ ਰੱਖਾਂਗੇ ਕਿ ਆਖਿਰ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਇਹ ਪਲਾਨ ਹੈਗਾ ਹੈ, ਇਹ ਕਾਹਦੇ ਵਾਸਤੇ ਹੈਗਾ ਹੈ, ਕਿ ਦੋਹਰਾ ਚਿਹਰਾ ਖੁਦ ਹੀ ਬੇਨਕਾਬ ਕੀਤੇ ਜਾ ਰਿਹਾ। ਔਰ ਦਰਸ਼ਕਾਂ ਤੋਂ ਜਿਹੜਾ ਸੀ ਸਵਾਲ ਜਿਹੜਾ ਅਸੀਂ ਅੱਜ ਪੁੱਛਿਆ ਸੀਗਾ, ਉਸ ਸਵਾਲ ਦਾ ਜੇਕਰ ਜਵਾਬ ਤੁਹਾਡਾ ਹਾਂ ਹੈਗਾ ਤਾਂ ਤੁਸੀਂ ਯੈਸ ਲਿਖ ਕੇ ਸਾਨੂੰ ਟਾਈਪ ਕਰਕੇ ਭੇਜ ਸਕਦੇ ਹੋ, ਤੇ ਜੇਕਰ ਤੁਹਾਡਾ ਜਵਾਬ ਨਾ ਹੈ ਤਾਂ ਤੁਸੀਂ ਨੋ ਲਿਖ ਕੇ ਭੇਜ ਸਕਦੇ ਹੋ। ਸਾਡਾ ਜਵਾਬ ਹੈ, ਸਾਡਾ ਸਵਾਲ ਹੈ ਕਿ ਜਿਹੜਾ ਇਹ ਜਿਸ ਤਰੀਕੇ ਦੇ ਨਾਲ ਜਿਹੜੀ ਚੀਨ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਗਈ ਹੈ, ਉਸ ਦੇ ਵਿੱਚ ਚੀਨੀ ਫੌਜ ਦੀ ਜਿਹੜੀ ਹਮਾਇਤ ਕੀਤੀ ਗਈ ਹੈ, ਕਿ ਸ਼ਹੀਦਾਂ ਦੇ ਪਰਿਵਾਰਾਂ ਤੇ ਜਿਹੜੇ ਜ਼ਖਮ ਹੈਗੇ ਨੇ ਉਹਨਾਂ ਤੇ ਲੂਣ ਨਹੀਂ ਛਿੜਕਿਆ। ਸੋ ਸ਼ੋਅ ਦੇ ਅਖੀਰ ਦੇ ਵਿੱਚ ਅਸੀਂ ਤੁਹਾਨੂੰ ਇਸ ਦੇ ਜਵਾਬ ਦੇਵਾਂਗੇ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਗੱਲ ਕਰ ਰਹੇ ਹਾਂ ਗੁਰਪਤਵੰਤ ਸਿੰਘ ਪੰਨੂ ਦੀ, ਜੋ ਐਸਐਫਜੇ ਦੇ ਜਿਹੜੇ ਕਾਨੂੰਨੀ ਸਲਾਹਕਾਰ ਹੈਗੇ ਨੇ ਉਹਨਾਂ ਵੱਲੋਂ ਜੋ ਹਰਕਤ ਕੀਤੀ ਗਈ ਹੈ, ਚੀਨ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਗਈ, ਚੀਨੀ ਫੌਜ ਦੀ ਹਮਾਇਤ ਕੀਤੀ ਗਈ, ਆਖਿਰ ਉਸ ਦੇ ਪਿੱਛੇ ਕੀ ਮਕਸਦ ਹੈਗਾ? ਸਾਡੇ ਐਸੋਸੀਏਟ ਐਡੀਟਰ ਜਗਦੀਪ ਸੰਧੂ ਮੇਰੇ ਨਾਲ ਜੁੜੇ ਹੋਏ ਨੇ। ਜਗਦੀਪ, ਮਕਸਦ ਕੀ ਹੈਗਾ ਉਹ ਤਾਂ ਸਭ ਨੂੰ ਪਤਾ ਹੀ ਹੈਗਾ। ਇਹ ਗੁਰਪਤਵੰਤ ਸਿੰਘ ਪੰਨੂ ਦੀਆਂ ਜਿਹੜੀਆਂ ਅਜਿਹੀਆਂ ਹਰਕਤਾਂ ਹੈਗੀਆਂ ਨੇ, ਇਹ ਅੱਜ ਦੀਆਂ ਨਹੀਂ ਹੈਗੀਆਂ, ਇਸ ਤੋਂ ਪਹਿਲਾਂ ਵੀ ਕਈ ਹਰਕਤਾਂ ਜਿਹੜੀਆਂ ਹੈ ਨੇ ਅਜਿਹੀਆਂ ਕਰ ਚੁੱਕਾ ਹੈਗਾ। ਜਿਹੜੇ ਸ਼ਹੀਦ ਹੈਗੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਆਖਿਰ ਹੁਣ ਇਸ ਨੂੰ ਕਿਸ ਤਰੀਕੇ ਦੇ ਨਾਲ ਵੇਖਿਆ ਜਾਵੇ, ਜੋ ਇਹ ਚਿੱਠੀ ਲਿਖਣਾ, ਇਹ ਆਡੀਓ ਸਾਹਮਣੇ ਆਉਣਾ? ਵਾਸੂ ਕਹਿੰਦੇ ਆ ਕਿ ਦੁੱਖ ਵੇਲੇ ਜਿਹੜੇ ਦੁਸ਼ਮਣ ਆ ਉਹ ਵੀ ਆਣੇ ਚਾਹੀਦੇ ਆ, ਉਹਨਾਂ ਨੂੰ ਵੀ ਅੱਗੇ ਵੱਧ ਕੇ ਦੁੱਖ ਵੰਡਾਉਣਾ ਚਾਹੀਦਾ। ਲੇਕਿਨ ਜਿਹੜਾ ਸਿੱਖਾਂ ਦਾ ਹਮਾਇਤੀ ਬਣਿਆ ਫਿਰਦਾ ਸੀ ਗੁਰਪਤਵੰਤ ਸਿੰਘ ਪੰਨੂ, ਅੱਜ ਉਹ ਬੁਰੀ ਤਰ੍ਹਾਂ ਐਕਸਪੋਜ਼ ਹੋ ਗਿਆ। ਜਿਵੇਂ ਉਹ ਬਾਰ-ਬਾਰ ਕਹਿ ਰਿਹਾ ਸੀ ਕਿ ਮੈਂ ਸਿੱਖਾਂ ਨੂੰ ਵੱਖਰੀ ਹੋਮਲੈਂਡ ਦੇਵਾਂਗਾ, ਔਰ ਅੱਜ ਸਿੱਖ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਦੁਸ਼ਮਣਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ। ਮਤਲਬ ਪੰਜਾਬ ਦੇ ਲੋਕਾਂ ਨੇ ਅੱਜ ਇਹਦਾ ਚਿਹਰਾ ਦੇਖ ਲਿਆ, ਔਰ ਮੈਨੂੰ ਉਮੀਦ ਹੈ ਕਿ ਜਿਹੜੇ ਦੇਸ਼ ਵਿਦੇਸ਼ 'ਚ ਬੈਠੇ ਸਾਡੇ ਸਿੱਖ ਭਰਾ ਨੇ, ਸਾਡੇ ਪੰਜਾਬੀ ਭਰਾ ਨੇ, ਉਹ ਅੱਜ ਤੋਂ ਬਾਅਦ ਇਹੋ ਜਿਹੇ ਲੋਕਾਂ ਨੂੰ ਮੂੰਹ ਨਹੀਂ ਲਾਣਗੇ। ਨੀਤਿਕਾ, ਤੁਹਾਡੇ ਨਾਲ ਜਿਹੜੇ ਸ਼ਹੀਦ ਸਤਨਾਮ ਸਿੰਘ ਦੇ ਬ੍ਰਦਰ ਹੈਗੇ ਨੇ, ਉਹਨਾਂ ਨੂੰ ਇੱਕ ਵਾਰੀ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਕਿ ਬਹੁਤ ਵੱਡੀ ਕੁਰਬਾਨੀ ਉਹਨਾਂ ਦੇ ਭਰਾ ਨੇ ਦਿੱਤੀ ਹੈ, ਔਰ ਅੱਜ ਪੂਰਾ ਦੇਸ਼ ਉਹਨਾਂ ਦੇ ਨਾਲ ਖੜਾ ਹੈ। ਜਿੱਥੇ ਵੀ ਦੇਸ਼ ਵਾਸੀ ਕਿਤੇ ਵੀ ਦੁਨੀਆ ਦੇ ਹਰ ਕੋਨੇ 'ਚ ਆ, ਉਹ ਉਹਨਾਂ ਦੇ ਪਰਿਵਾਰ ਨਾਲ ਖੜੇ ਆ। ਇੱਕ ਤੁਸੀਂ ਉਹਨਾਂ ਨੂੰ ਇਹ ਅਸ਼ੋਰੈਂਸ ਦਿਓ। ਦੂਜਾ, ਜਿਹੜੇ ਗੁਰਪਤਵੰਤ ਸਿੰਘ ਪੰਨੂ ਵਰਗੇ ਲੋਕ ਨੇ, ਇਹਨਾਂ ਨੂੰ ਕੀ ਜਵਾਬ ਦੇਣਾ ਚਾਹੀਦਾ? ਕਿਉਂਕਿ ਸ਼ਹੀਦ ਦੇ ਪਰਿਵਾਰ, ਉਹਨਾਂ ਨੇ ਇੱਡੀ ਵੱਡੀ ਲਾਮਿਸਾਲ ਸ਼ਹੀਦੀ ਦਿੱਤੀ ਹੈ, ਚਾਈਨਾ ਦੇ ਬਾਰਡਰ ਤੇ ਇਹੋ ਜਿਹੇ ਕੰਡੀਸ਼ਨਸ ਵਿੱਚ ਉੱਥੇ ਲੜਾਈ ਲੜਦਿਆਂ ਸ਼ਹੀਦ ਹੋਏ ਆ। ਕੀ ਕਹਿਣਾ ਚਾਹਣਗੇ ਉਹ ਗੁਰਪਤਵੰਤ ਸਿੰਘ ਪੰਨੂ ਨੂੰ? ਉਹਨਾਂ ਤੋਂ ਜਵਾਬ ਲੈ ਲਓ। ਜੀ ਬਿਲਕੁਲ, ਤੇ ਅੱਜ ਅਸੀਂ ਦੇਖਿਆ ਕਿ ਨਾ ਸਿਰਫ ਮੀਡੀਆ ਪਰਸਨ ਇੱਥੇ ਪਹੁੰਚੇ ਸੀ, ਬਲਕਿ ਜਨ ਸੈਲਾਬ ਉਮੜਿਆ ਹੋਇਆ ਸੀ। ਲੋਕ ਜਿਹੜੇ ਨੇ ਦੂਰ ਦੂਰ ਤੋਂ ਸਲਾਮੀ ਕਰਨ ਆਏ ਸੀ ਸ਼ਹਾਦਤ ਨੂੰ, ਤੇ ਉਹ ਤਸਵੀਰਾਂ ਹੀ ਆਪਣੇ ਆਪ 'ਚ ਬਿਆਨ ਕਰ ਰਹੀਆਂ ਸੀ ਕਿ ਸਾਡੇ ਇੱਥੇ ਜਿਹੜੇ ਸ਼ਹੀਦ ਹੁੰਦੇ ਨੇ ਜਾਂ ਫਿਰ ਜਿਹੜੇ ਜਵਾਨ ਨੇ, ਉਹਨਾਂ ਨੂੰ ਕਿਸ ਤਰ੍ਹਾਂ ਰਿਸਪੈਕਟ ਦਿੱਤੀ ਜਾਂਦੀ ਹੈ ਤੇ ਕਿਵੇਂ ਲੋਕ ਉਹਨਾਂ ਦੇ ਨਾਲ ਖੜੇ ਨੇ। ਸੂਬੇਦਾਰ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਸਿੱਖਾਂ ਨਾਲ ਕਿਤੇ ਵੀ ਕੋਈ ਭੇਦਭਾਵ ਜਿਹੜਾ ਹੁੰਦਾ ਹੈ, ਜਾਂ ਫਿਰ ਜਿਸ ਤਰ੍ਹਾਂ ਗੁਰਪਤਵੰਤ ਪੰਨੂ ਜਿਹੜਾ ਹੈ ਕਹਿੰਦੇ ਨੇ ਕਿ ਸਾਡੇ ਨਾਲ ਜੁੜੋ, ਤੁਹਾਨੂੰ ਲੱਗਦਾ ਹੈ ਕੋਈ ਫੋਨ ਕਰਕੇ ਐਵੇਂ ਕਹੇ ਜੁੜਨ ਵਾਸਤੇ ਤਾਂ ਸਿੱਖ ਐਵੇਂ ਜੁੜ ਜਾਣਗੇ? ਕਿਉਂਕਿ ਆਪਾਂ ਤਾਂ ਉਸ ਏਰੀਆ 'ਚ ਬੈਠੇ ਹਾਂ, ਗੁਰਦਾਸਪੁਰ ਦੇ ਵਿੱਚ ਬੈਠੇ ਹਾਂ, ਜਿੱਥੇ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਜਿਹੜੇ ਨੇ ਜਵਾਨ ਖੋਏ ਨੇ, ਆਪਣੇ ਘਰ ਦੇ ਮੈਂਬਰਸ ਖੋਏ ਨੇ, ਸ਼ਹੀਦ ਹੋਏ ਨੇ। ਦੇਖੋ ਜੀ, ਅੱਜ ਦੀ ਸ਼ਹਾਦਤ ਤੋਂ ਜਿਸ ਤਰ੍ਹਾਂ ਕੱਟ ਤੋਂ ਬਾਅਦ ਚੱਲਦਾ, ਪੂਰਾ ਪੰਜਾਬ ਮੇਰੇ ਖਿਆਲ ਢੁਕਿਆ ਹੋ ਗਿਆ। ਇੱਧਰ गुरदासपुर इलाका तो पूरा सीगा, और इंडियन आर्मी के बंदे पूरे आए, पूरी हमारे शहीद को पूरी जो इज़्ज़त मिलनी चाहिए थी ऐसी इज़्ज़त उसको मिली है। तो हमारे को नहीं लगता कि ऐसा कोई सिख भाईचारा चाइना के साथ मिलेगा, ऐसा कोई लगता नहीं है हमारे को। ਤੁਹਾਨੂੰ ਲੱਗਦਾ ਹੈ ਕਿ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਕਈ ਸਾਲਾਂ ਤੋਂ, ਉਹ ਕਿਤੇ ਵੀ ਮੁਮਕਿਨ ਜਿਹੜੀ ਹੈ ਹੋ ਪਾਏਗੀ? इस बारे कुछ कह नहीं सकता मैं। मुमकिन पाई जाएगी वैसे तो। ਤੁਹਾਨੂੰ ਲੱਗਦਾ ਹੈ, ਮੈਂ ਪਹਿਲਾਂ ਵੀ ਤੁਹਾਡੇ ਸਵਾਲ ਪੁੱਛਿਆ ਕਿ ਕਦੇ ਸਿੱਖਾਂ ਨੂੰ ਅਲੱਗ ਸਮਝਿਆ ਹੋਵੇ ਭਾਰਤ ਦੇਸ਼ ਨੇ? ਨਹੀਂ, ਇਸ ਤਰ੍ਹਾਂ ਦਾ ਕੋਈ ਹੈ ਨਹੀਂ ਹੈ, ਕੋਈ ਸਿੱਖਾਂ ਨੂੰ ਅਲੱਗ ਨਹੀਂ ਸਮਝਿਆ ਜਾਂਦਾ। ਸਿੱਖਾਂ ਦੇ ਨਾਲ ਹੀ ਹੈ ਸਾਰੇ, ਮਤਲਬ ਕਿ ਬਿਲਕੁਲ ਜੋ ਵੀ ਹੈਗਾ, ਜੋ ਰਿਸਪੈਕਟ ਬਣਦੀ ਹੈ ਸ਼ਹੀਦ ਨੂੰ, ਇਸ ਹੱਦ ਤੋਂ ਪਤਾ ਚੱਲਦਾ ਕਿ ਮਤਲਬ ਸਿੱਖ ਜਿਹੜੇ ਆ ਉਹ ਸਿੱਖਾਂ ਦੀ ਰਿਸਪੈਕਟ ਕੀਤੀ ਜਾਂਦੀ ਹੈ, ਔਰ ਪੂਰਾ ਇੰਡੀਆ ਹੀ ਪੂਰੇ ਮਤਲਬ ਕਿ ਕਰ ਰਿਹਾ ਹੈ। ਸਿੱਖਾਂ ਦਾ ਤਾਂ ਵੈਸੇ ਵੀ ਬੜਾ ਯੋਗਦਾਨ ਰਿਹਾ ਹੈ, ਇੰਡੀਅਨ ਆਰਮੀ ਹੋਵੇ, ਮਤਲਬ ਡਿਫੈਂਸ ਕਿਸੇ 'ਚ ਵੀ ਲਗਾ ਲਈ, ਆਪਾਂ 에ਅਰ ਫੋਰਸ 'ਚ ਲਗਾ ਲਈਏ, ਭਾਵੇਂ ਨੇਵੀ 'ਚ ਲਗਾ ਲਈ। ਦੇਖੋ ਜੀ, ਕੋਈ ਵੀ ਜਿੰਨੀਆਂ ਵੀ ਲੜਾਈਆਂ ਅੱਜ ਤੱਕ ਹੋਈਆਂ ਨੇ ਸਾਡੇ ਇੰਡੀਆ ਦੀਆਂ, ਚਾਹੇ 1962 ਤੋਂ ਲੈ ਲਓ, ਸਾਡੇ ਜਨਮ ਤੋਂ ਪਹਿਲਾਂ ਦੀ ਬਾਤ, 77 ਵਾਲੀ ਲੜਾਈ ਲੈ ਲਓ, ਸਿੱਖਾਂ ਦੇ ਬਿਨਾਂ ਅੱਜ ਤੱਕ ਕੋਈ ਲੜਾਈ ਨਹੀਂ ਜਿੱਤੀ ਗਈ। ਤੋ ਸਿੱਖਾਂ ਦਾ ਇੰਡੀਆ ਦੇ ਵਿੱਚ ਬਹੁਤ ਤਗੜਾ ਯੋਗਦਾਨ ਰਿਹਾ। ਤੋ ਇਸ ਕਰਕੇ ਇੰਡੀਆ भी मतलब इंडिया का हिस्सा है सिख, और इंडिया का हिस्सा बन के रहेगा। ਨੀਤਿਕਾ ਇੱਕ ਸਵਾਲ ਇਹ ਵੀ ਇਹਨਾਂ ਕੋਲੋਂ ਪੁੱਛਿਆ ਜਾ ਸਕਦਾ ਹੈ, ਇੱਕ ਸਵਾਲ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਆਡੀਓ ਜਾਰੀ ਕੀਤਾ ਗਿਆ, ਆਡੀਓ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਇਹ ਸਿੱਖ ਜਿਹੜੇ ਹੈਗੇ ਨੇ ਭਾਰਤੀ ਫੌਜ ਦੇ ਵਿੱਚ ਜਿਹੜੇ ਨੌਕਰੀ ਕਰਦੇ ਨੇ, ਸੇਵਾ ਨਿਭਾ ਰਹੇ ਨੇ, ਉਹ ਭਾਰਤੀ ਫੌਜ ਨੂੰ ਛੱਡ ਦੇਣ। ਇਹ ਕਿਤੇ ਨਾ ਕਿਤੇ ਜਿਹੜੇ ਸ਼ਹੀਦਾਂ ਦੀ ਸ਼ਹਾਦਤ ਸੀਗੀ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਗੁਰਪਤਵੰਤ ਸਿੰਘ ਪੰਨੂ ਨੇ। ਬਿਲਕੁਲ,
ਪੰਨੂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਤੁਸੀਂ ਜੁੜੋ, ਅਸੀਂ ਸੈਲਰੀ ਦੇਵਾਂਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਜੋ ਵੀ ਐਕਟੀਵਿਟੀਜ਼ ਚਲਾ ਰਹੇ ਨੇ ਭਾਰਤ ਦੇ ਖਿਲਾਫ, ਤੁਹਾਨੂੰ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਵਿਕ ਸਕਦਾ ਹੈ? ਕੋਈ ਵੀ ਆਰਮੀ ਪਰਸਨ ਵਿਕ ਸਕਦਾ ਹੈ? ਕੋਈ ਵੀ ਸਿੱਖ जवान जड़ा है बिक सकता है? देखो जी, मैं इंडियन आर्मी को बिलोंग करता हूँ, तो इंडियन आर्मी का बंदा ऐसा नहीं कर सकता, क्योंकि जिसने बंदे ने अपने धर्म की कसम खा ली है वो कैसे पीछे हट जाएगा? सबसे बड़ा धर्म है, अगर धर्म नहीं है किसी बंदे का तो कुछ भी नहीं है। धर्म के बिना क्या है? सिख है चाहे हिंदू है, कोई है, धर्म के बिना कुछ नहीं है। जब दब के धर्म को, धर्म ग्रंथ को रख के सिख की कसम होती है, तो धर्म को, उसका गुरु ग्रंथ साहब को लेके इस्लामी के साथ उसकी कसम रेड होती है, हिंदू के उसके सम्मान के साथ होती है। तो ऐसा कुछ नहीं है कि मतलब कि अपनी कसम को तोड़ सके। ਬਿਲਕੁਲ, ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਹੈ ਵਾਸੂ ਕਿ ਬਿਲਕੁਲ ਨੀਤਿਕਾ, ਧਰਮ ਤੋਂ ਉੱਤੇ ਕੁਝ ਨਹੀਂ ਹੁੰਦਾ, ਤੇ ਜਦੋਂ ਇਹ ਸੌਂ ਅਸੀਂ ਚੁੱਕਦੇ ਸੈਲੂਟ ਨੇ ਕਰਦੇ ਹਾਂ ਆਪਣੇ ਸ਼ਹੀਦ ਦੇ ਪਰਿਵਾਰ ਨੂੰ। ਬਿਲਕੁਲ ਨੀਤਿਕਾ, ਅਸੀਂ ਸੈਲੂਟ ਕਰਦੇ ਹਾਂ ਸ਼ਹੀਦ ਦੇ ਪਰਿਵਾਰ ਨੂੰ, ਔਰ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ, ਇੰਨੇ ਔਖੇ ਵਕਤ ਵਿੱਚ ਇਹ ਸਾਡੇ ਨਾਲ ਜੁੜੇ। ਲੇਕਿਨ ਅੱਜ ਇੱਕ ਮੈਸੇਜ ਦੇਣਾ ਬਹੁਤ ਜ਼ਰੂਰੀ ਸੀ, ਔਰ ਖਾਸ ਤੌਰ ਤੇ ਇਹ ਮੈਸੇਜ ਜਦੋਂ ਸ਼ਹੀਦ ਪਰਿਵਾਰ ਵੱਲੋਂ ਆਉਂਦਾ ਹੈ ਤੇ ਪੰਜਾਬ ਨੂੰ ਸੁਣਨਾ ਪਏਗਾ। ਹੁਣ ਬਜ਼ਮ ਤੁਹਾਡੇ ਕੋਲ ਚੱਲਦੇ ਆ, ਤੁਹਾਡੇ ਨਾਲ ਕੈਪਟਨ ਨਿਰਮਲ ਸਿੰਘ ਨੇ, ਜੋ ਕਿ ਭਰਾ ਹੈਗੇ ਸੀ ਸ਼ਹੀਦ ਦੇ, ਔਰ ਮਹਿਜ਼ 22 ਸਾਲ ਦੀ ਉਮਰ, 23 ਸਾਲ ਦੀ ਉਮਰ ਵਿੱਚ ਸ਼ਹੀਦ ਭਗਤ ਸਿੰਘ ਜਿਹੜੇ ਸੀ, ਉਹਨਾਂ ਨੇ ਕੁਰਬਾਨੀ ਦਿੱਤੀ ਸੀ, ਉਹਨਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀ ਦਿੱਤੀ ਸੀ, ਔਰ ਅੱਜ ਸਾਡੇ ਇਸ ਭਰਾ ਨੇ ਕੁਰਬਾਨੀ ਦਿੱਤੀ ਹੈ ਸਾਡੇ ਦੇਸ਼ ਲਈ, ਸਾਡੇ ਪੰਜਾਬ ਲਈ। ਪਰਿਵਾਰ ਕੀ ਸੋਚ ਰਿਹਾ? ਔਰ ਇਹੋ ਜਿਹੇ ਜਿਹੜੇ ਪੰਨੂ ਵਰਗੇ ਘਟੀਆ ਲੋਕ ਘਟੀਆ ਸੋਚ ਰੱਖਦੇ ਆ, ਮੈਨੂੰ ਖੁਦ ਅੱਜ ਬੜੀ ਸ਼ਰਮ ਆ ਰਹੀ ਹੈ ਕਿ ਇਹੋ ਜਿਹੇ ਲੋਕਾਂ ਬਾਰੇ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ, ਲੇਕਿਨ ਬਹੁਤ ਜ਼ਰੂਰੀ ਸੀਗਾ ਅੱਜ ਪੰਜਾਬ ਦੇ ਲੋਕਾਂ ਦੀ ਅੱਖਾਂ ਖੋਲਣੀਆਂ। ਔਰ ਬਾਰ-ਬਾਰ ਮੈਂ ਕਹਿ ਰਿਹਾ, ਖਾਸ ਤੌਰ ਤੇ ਜਿਹੜੇ NRIs ਨੇ, ਜਿਹੜੇ ਦੇਸ਼ ਤੋਂ ਬਾਹਰ ਬੈਠੇ ਨੇ, ਜਿਨ੍ਹਾਂ ਨੂੰ ਲੱਗਦਾ ਪਤਾ ਨਹੀਂ ਪੰਜਾਬ 'ਚ ਕੀ ਹੋ ਰਿਹਾ ਹੈ, ਉਹਨਾਂ ਨੂੰ ਇੱਕ ਬਹੁਤ ਜ਼ਰੂਰੀ ਦੱਸਣਾ ਪਏਗਾ ਕਿ ਸਾਡੇ ਸਿੱਖ ਭਰਾ, ਸਾਡੇ ਪੰਜਾਬੀ ਭਰਾ, ਸਾਡੇ ਜਿਹੜੇ 20 ਜਵਾਨ ਦੇਸ਼ ਦੇ ਸ਼ਹੀਦ ਹੋਏ ਆ, ਹਮੇਸ਼ਾ ਦੇਸ਼ ਲਈ ਤਿਆਰ ਨੇ। ਔਰ ਖਾਸ ਤੌਰ ਤੇ ਉਹਨਾਂ ਦੇ ਬੱਚੇ ਜਿਹੜੇ ਆ, ਮੈਂ ਸਲੂਟ ਕਰਦਾ ਇਹਨਾਂ ਦੇ ਬੱਚਿਆਂ ਨੂੰ ਜਿਹੜੇ ਦੁਬਾਰਾ ਜੰਗ ਦੇ ਮੈਦਾਨ 'ਚ ਆਪਣੇ ਪਿਤਾ ਦਾ ਸਥਾਨ ਲੈਣਾ ਚਾਹੁੰਦੇ ਆ। ਇਹ ਸਾਡਾ ਕਲਚਰ ਆ, ਇਹ ਸਾਡੇ ਸਿੱਖ ਭਰਾ ਨੇ, ਇਹ ਸਾਡੀ ਪੰਜਾਬੀਆਂ ਦੀ ਸ਼ਾਨ ਹੈ। ਬਜ਼ਮ ਤੁਹਾਡੇ ਨਾਲ ਕੈਪਟਨ ਸਾਹਿਬ ਇਹਨਾਂ ਨੂੰ ਪੁੱਛੋ ਕਿ ਗੁਰਪਤਵੰਤ ਸਿੰਘ ਪੰਨੂ ਵਰਗੇ ਜਿਹੜੇ ਲੋਕ ਹੈ, ਇਹਨਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਪੰਜਾਬੀਆਂ ਨੂੰ ਇਕਮੁੱਠ ਹੋ ਕੇ? ਔਰ ਇਹੋ ਜਿਹੇ ਜਿਹੜੇ ਆਟੋਮੇਟਿਡ ਕਾਲਸ ਕਰਦੇ ਆ, ਉਹਦੇ ਬਾਅਦ ਬ੍ਰਿਗੇਡੀਅਰ ਕਾਲੋ ਨੂੰ ਵੀ ਕਰਾਂਗੇ, ਪੁੱਛਾਂਗੇ ਸਵਾਲ ਦਾ ਜਵਾਬ ਕਿ ਆਖਿਰ ਸਰਕਾਰ ਨੂੰ ਇਸ ਖਿਲਾਫ ਕੀ ਕਾਰਵਾਈ ਕਰਨੀ ਚਾਹੀਏ। ਤੁਸੀਂ ਪਰਿਵਾਰ ਨੂੰ ਇਹ ਪੁੱਛੋ ਕਿ ਕਿਵੇਂ ਉਹ ਇਹਨੂੰ ਕੰਡੈਮ ਕਰਦੇ ਆ ਔਰ ਕੀ ਮੈਸੇਜ ਦੇਣਾ ਚਾਹਣਗੇ ਉਹ ਪੰਜਾਬ ਵਾਸੀਆਂ ਨੂੰ। ਜਗਦੀਪ ਜੀ, ਸਭ ਤੋਂ ਪਹਿਲਾਂ ਕਿਉਂਕਿ ਜਦ ਡਿਬੇਟ ਦੀ ਸ਼ੁਰੂਆਤ ਹੋਈ ਤੇ ਇੱਕ ਚੀਜ਼ ਜ਼ਰੂਰ ਕਹੀ ਗਈ ਕਿ ਅਸੀਂ ਉਹ ਆਡੀਓ ਨਹੀਂ ਸੁਣਾਵਾਂਗੇ, ਕਿਉਂਕਿ ਇਹ ਇੱਕ ਬਹੁਤ ਅੱਛੀ ਗੱਲ ਹੈ, ਇੱਕ ਬਹੁਤ ਅੱਛਾ ਮੈਸੇਜ ਦਿੱਤਾ ਜਾ ਰਿਹਾ ਹੈ। ਕਿਉਂਕਿ ਇਹੋ ਜਿਹੇ ਲੋਕ ਜਿਹੜੇ ਬਾਹਰਲੇ ਦੇਸ਼ਾਂ 'ਚ ਰਹਿ ਕੇ NGO ਬਣਾ ਕੇ, ਇਸ ਤਰੀਕੇ ਦੀ ਆਰਗੇਨਾਈਜ਼ ਬਣਾ ਕੇ ਪੈਸੇ ਲੈ ਕੇ ਆਪਣਾ ਬਿਜ਼ਨਸ ਚਲਾ ਰਹੇ ਨੇ, ਉਹ ਇਹੀ ਚਾਹੁੰਦੇ ਨੇ ਕਿ ਸਾਡੀ ਆਡੀਓ ਜਿਹੜੀ ਉਹ ਮੀਡੀਆ 'ਚ ਜਾਏ, ਮੀਡੀਆ 'ਚ ਖਲਬਲੀ ਹੋਏ, ਗੱਲਬਾਤ ਹੋਏ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਸੁਣਾਇਆ ਜਾਏ ਤੇ ਲੋਕਾਂ ਨੂੰ ਸੋਚਣ 'ਚ ਮਜਬੂਰ ਕਰ ਦਿੱਤਾ ਜਾਏ। ਤੇ ਇਸ ਤਰੀਕੇ ਦਾ ਖੇਡ ਜਿਹੜਾ ਇਹ ਲੋਕ ਖੇਡਦੇ ਨੇ, ਇਹ ਕਿਤੇ ਨਾ ਕਿਤੇ ਨਿਹਾਇਤ ਹੀ ਗਲਤ ਹੈ, ਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ। ਲੋਕ ਹਾਲਾਂਕਿ ਸਮਝ ਰਹੇ ਨੇ। ਫਿਲਹਾਲ ਸਾਡੇ ਨਾਲ ਕੈਪਟਨ ਨਿਰਮਲ ਸਿੰਘ ਵੀ ਨੇ, ਜਿਹੜੇ ਕਿ ਖੁਦ ਸੂਬੇਦਾਰ ਮਨਦੀਪ ਸਿੰਘ ਜੀ ਦੇ ਜਿਹੜੇ ਬ੍ਰਦਰ ਨੇ, ਭਰਾ ਨੇ। ਉਹ ਕੀ ਕਹਿਣਾ ਚਾਹਣਗੇ ਆਪਣੇ ਭਰਾ ਦੀ ਸ਼ਹਾਦਤ ਤੇ? ਸਭ ਤੋਂ ਪਹਿਲਾਂ ਤੁਸੀਂ ਸਵੇਰੇ ਵੀ ਸਾਡੇ ਨਾਲ ਗੱਲ ਕੀਤੀ ਸੀ, ਕੀ ਕਹਿਣਾ ਚਾਹੋਗੇ ਆਪਣੀ ਭਰਾ ਦੀ ਸ਼ਹਾਦਤ ਤੇ? ਸਭ ਤੋਂ ਪਹਿਲਾਂ ਸਾਨੂੰ ਸਾਡੀ ਇੰਡੀਅਨ ਆਰਮੀ ਤੇ ਸਾਨੂੰ ਮਾਣ ਹੈ ਕਿ ਜੋ ਸਾਨੂੰ ਸਿਖਲਾਈ ਦਿੱਤੀ ਗਈ ਹੈ ਕਿ ਇਹ ਲੀਡਰਸ਼ਿਪ ਕੀ ਹੁੰਦੀ ਹੈ। ਮੇਰਾ ਬ੍ਰਦਰ ਹੈ ਜੀ, ਲੀਡਰ, ਪਾਰਟੀ ਦਾ ਲੀਡਰ ਬਣ ਕੇ ਗਿਆ ਸੀਗਾ, ਉਹਦੇ ਲੀਡਰ ਦੇ ਵਿੱਚ ਗਟਸ ਭਰਿਆ ਗਿਆ ਸੀ ਵੀ ਹਾਂ ਲੀਡਰ ਕੀ ਹੁੰਦਾ। ਉਹਨੇ ਆਪਣਾ ਲੀਡਰਸ਼ਿਪ ਦਿਖਾਈ ਹੈ, ਪੂਰੀ ਪਾਰਟੀ ਦਾ ਮਰਾਲ ਅਪ ਕਰਕੇ ਆਪਣੇ ਖੁਦ ਨੂੰ ਕੁਰਬਾਨੀ ਦੇਤੀ। ਉਹਨਾਂ ਲੀਡਰਸ਼ਿਪ ਦਿਖਾते हुए ਆਪਣਾ ਚੈਨਾ ਦੇ ਨਾਲ ਲੜਦੇ ਹੋਏ ਕੁਰਬਾਨ ਹੋਇਆ। ਉਸਕੇ ਉੱਪਰ ਸਾਨੂੰ ਫਖਰ ਹੈ ਸਾਡੇ ਵੀਰ ਤੇ, ਕਿਉਂਕਿ ਅਸੀਂ ਇੰਡੀਅਨ ਆਰਮੀ ਦਾ ਇੱਕ ਸੋਲਜਰ ਹੈ, ਇੱਕ ਸਰਦਾਰ ਸੋਲਜਰ ਇੰਡੀਅਨ ਆਰਮੀ ਦੇ ਵਿੱਚ। ਜੇ ਪੰਜਾਬੀਆਂ ਤੇ ਇਹੋ ਜਿਹੀ ਕੋਈ ਗੱਲ ਕੀਤੀ ਜਾਂਦੀ ਹੈ, ਕਿਹਾ ਜਾਂਦਾ ਹੈ ਕਿ ਤੁਸੀਂ ਛੱਡ ਕੇ ਇੱਥੇ ਆ ਜਾਓ। ਅਸੀਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ, ਉਹ ਵਿੱਚ ਕੱਟੀ ਗਈ ਸੀ ਕਿ ਜੇ ਅਸੀਂ ਆਪਣੇ ਕਿਸੇ ਆਰਮੀ ਭਰਾ ਨਾਲ ਗੱਲ ਕਰੀਏ, ਆਰਮੀ 'ਚ ਜਿਹੜਾ ਕੋਈ ਸਿੱਖ ਹੈ, ਉਹ ਕਹਿੰਦੇ ਮੇਰੇ ਦਾਦਾ, ਮੇਰੇ ਪਿਓ, ਮੇਰੇ ਤਾਇਆ, ਚਾਚਾ, ਹਰ ਕੋਈ ਆਰਮੀ 'ਚ ਰਿਹਾ, ਤੇ ਮੈਂ ਫਿਰ ਪਿੱਛੇ ਕਿਸ ਤਰ੍ਹਾਂ ਹਟ ਜਾ? ਤੇ ਜੇ ਇਹੋ ਜਿਹੇ ਲੋਕ ਆ ਕੇ ਗੱਲ ਕਰਦੇ ਨੇ ਕਿ ਆਫਰ ਦੇ ਰਹੇ ਆ, ਤੁਹਾਨੂੰ ਜ਼ਿਆਦਾ ਪੈਸਾ ਦੇਵਾਂਗੇ, ਤੁਸੀਂ ਇੱਧਰ ਆ ਜਾਓ, ਇਹ ਕਿਹੋ ਜਿਹੀ ਘਟੀਆ ਗੱਲ ਹੋਈ? ਇਹ ਸਭ ਕੁਝ ਪੈਸਾ ਨਹੀਂ ਹੁੰਦਾ। ਸਾਡਾ ਬੇਸ ਹੈ ਇੰਡੀਆ ਦਾ, ਇੱਕ ਬੇਸ ਹੈ ਇੰਡੀਅਨ ਆਰਮੀ। एक सरदार कौम है, सानू यही सिखाया गया है कि जो अपने जहाँ जो अपना देश के लिए जहाँ भी कुर्बान होना है, अपने देश के लिए भर्ती हुए हैं, देश की सेवा के लिए भर्ती हुए हैं, तो देश के लिए हम कुर्बान होने के लिए तैयार हैं। अभी भी मेरी 33 साल सर्विस होने के बाद मैं अभी जस्ट पेंशन आया हूँ 30 अप्रैल को। अगर देश के लिए हमारे को अभी भी जाना पड़ा, अब हंस के अपने देश के लिए कुर्बानी लेने के लिए तैयार हैं। बिल्कुल। तो जे गल की जाए बच्चों की, क्योंकि हुण 2 छोटे छोटे बच्चे ने, ਹੁਣ ਉਹਨਾਂ ਦੀ ਜਿਹੜਾ ਹੈ ਉਹ ਕੀ ਮੰਗ ਕਰਦੇ ਹੋ ਸਰਕਾਰ ਤੋਂ ਵੀ, ਪਰ ਨਾਲ ਦੇ ਨਾਲ ਕਿਉਂਕਿ ਜਜ਼ਬਾ ਸੀਗਾ ਇੱਕ, ਬੱਚੇ ਵੀ ਕਹਿ ਰਹੇ ਨੇ ਕਿ ਸਾਨੂੰ ਫਖਰ ਹੈ
ਆਪਣੇ ਪਿਤਾ ਤੇ ਕਿ ਉਹਨਾਂ ਨੇ ਕੁਰਬਾਨੀ ਜ਼ਰੂਰ ਦਿੱਤੀ ਹੈ ਪਰ ਆਪਣੇ ਦੇਸ਼ ਲਈ ਦਿੱਤੀ ਹੈ, ਜਾਨ ਜਿਹੜੀ ਹੈ ਉਹ ਜਾਇਆ ਨਹੀਂ ਗਈ। ਜੋ ਬੱਚਿਆਂ ਦਾ ਇੱਕ ਜੋ ਸੁਪਨਾ ਹੈ ਉਹ ਇੱਕ डैडी ਦਾ ਉਹ ਅਸੀਂ पूरा नहीं कर सके कि अपना जो बच्चों इसके बीच में झटका लगा है कि हमारे पिताजी नहीं रहे, लेकिन बच्चों के लिए भी फक्र है कि अपने देश के लिए हमारे डैडी ने कुर्बानी दी है, उसके लिए हमारे बच्चों के लिए फक्र है। लेकिन हमारे को ये है कि हमारे बच्चों की ये अभी हुआ है, ये हम उसकी इच्छा पूरी नहीं कर सकते। ਬਿਲਕੁਲ ਬਿਲਕੁਲ। ਤੇ ਇੱਕ ਚੀਜ਼ ਹੋਰ ਦੱਸ ਦਈਏ, ਅਸੀਂ ਸਾਰੇ ਦਿਨ ਅੱਜ ਗਰਾਊਂਡ ਰਿਪੋਰਟਿੰਗ ਕੀਤੀ ਇੱਥੇ ਤੇ ਇਹ ਦੇਖਿਆ ਅੱਜ ਕਿ ਜਦ ਅੰਤਿਮ ਸਮੇਂ ਤੇ ਉਹਨਾਂ ਦੇ ਪਾਰਥਿਵ ਸ਼ਰੀਰ ਨੂੰ ਲੈ ਕੇ ਜਾ ਰਹੇ ਸੀ, ਨਾ ਸਿਰਫ ਇਸ ਪਿੰਡ ਬਲਕਿ ਪੂਰੇ ਪਟਿਆਲਾ ਡਿਸਟ੍ਰਿਕਟ ਨਹੀਂ ਬਲਕਿ ਪੂਰੇ ਪੰਜਾਬ ਤੋਂ ਚਾਹੇ ਕੈਬਨਿਟ ਮੰਤਰੀ ਹੋਣ, ਲੋਕ ਹੋਣ, ਹਰ ਕੋਈ ਆ ਕੇ ਜੁੜ ਰਿਹਾ ਸੀਗਾ ਤੇ ਕਿਤੇ ਨਾ ਕਿਤੇ ਉਹਨਾਂ ਦਾ ਨਾਂ ਜਿਹੜਾ ਹੈ ਉਹ ਪੂਰੇ ਦੇਸ਼ 'ਚ ਅਮਰ ਕੀਤਾ, ਸਿਰਫ ਇੱਕ ਪਿੰਡ 'ਚ ਅਮਰ ਨਹੀਂ ਕੀਤਾ ਜੀ। ਬਿਲਕੁਲ ਬਜ਼ਮ, ਆਈਜੀ ਪੌਲ ਵੀ ਸਾਡੇ ਨਾਲ ਜੁੜੇ ਹੋਏ ਨੇ। ਆਈਜੀ ਪੌਲ, ਜਿਸ ਤਰੀਕੇ ਦੇ ਨਾਲ ਇਹ ਜੋ ਪਰਿਵਾਰਕ ਮੈਂਬਰ ਹੈਗੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸ਼ਹਾਦਤ ਜਿਹੜੀ ਹੈਗੀ ਉਹ ਵਿਕਾਊ ਨਹੀਂ ਹੈਗੀ, ਜਿਹੜਾ ਭਾਰਤੀ ਫੌਜੀ ਹੈਗਾ ਉਹ ਵਿਕਾਊ ਨਹੀਂ ਹੈਗਾ ਜਿਹੜਾ ਗੁਰਪਤਵੰਤ ਸਿੰਘ ਪੰਨੂ ਵਰਗੇ ਖਰੀਦ ਲੈਣਗੇ, ਜਿਹੜੇ ਇਹ ਲਾਲਚ ਦਿੱਤਾ ਜਾ ਰਿਹਾ ਪੈਸਿਆਂ ਦਾ ਕਿ ਤੁਹਾਨੂੰ ਸੈਲਰੀ ਵੀ ਦੇਵਾਂਗੇ ਤੇ ਨਾਲ 5000 ਰੁਪਏ ਐਕਸਟਰਾ ਵੀ ਦੇਵਾਂਗੇ। ਕਿ ਜਿੱਥੇ ਵੀ ਕੌਮ ਨੂੰ ਜ਼ਰੂਰਤ ਪਈ ਹੈ, ਦੇਸ਼ ਨੂੰ ਜ਼ਰੂਰਤ ਪਈ ਹੈ, ਜਿੱਥੇ ਵੀ ਸ਼ਹਾਦਤ ਵੱਧ ਤੋਂ ਵੱਧ ਸ਼ਹਾਦਤ ਹੈ, ਸਾਡੇ ਦੇ ਖੂਨ 'ਚ ਹੀ ਸ਼ਹਾਦਤ ਹੈ ਯਾਰ, ਸਾਨੂੰ ਤਾਂ ਸ਼ਹਾਦਤ ਹੀ ਸਿਖਾਇਆ ਗਿਆ ਸੀ। ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ, ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋ ਗਏ, ਸਾਨੂੰ ਤਾਂ ਸ਼ਹਾਦਤ ਹੀ ਸਿੱਖਣ ਨੂੰ ਸਿਖਾਈ। ਇਹ ਕਾਸੇ ਆ ਗਏ ਮਰਸਰੀ ਕਿ ਪੈਸਾ ਲੈ ਲਓ ਤੇ ਅਸੀਂ ਸ਼ਹੀਦ ਹੋ ਜਾ ਰਹੇ, ਸਾਡੇ ਕੋਲ ਪੈਸਾ, ਅਸੀਂ ਪੈਸੇ ਲੈਣ ਜਾਂਦੇ ਹਾਂ। ਵੀ ਲਵ ਵਿਨ ਔਰ ਲੂਜ਼ ਇਜ਼ ਨਾਟ ਦ ਕੁਐਸਚਨ। ਲੀਡਰਸ਼ਿਪ ਜਿਸ ਨੇ ਲੀਡ ਹੀ ਹੈ, ਉਹਨਾਂ ਨੇ ਕਿ ਚੱਲ ਆਪਣੇ ਤਲੀ ਦੇ ਉੱਤੇ ਜਿਹੜੀ ਹੈ ਹੱਥ ਦੇ ਉੱਤੇ ਰੱਖ ਕੇ ਜਾਂਦੇ ਹੈ, ਬਾਰਡਰ ਦੇ ਜਿਹੜੇ ਵੀ ਜਵਾਨ ਜਾਂਦਾ ਹੈ ਉਹਨੂੰ ਪਤਾ ਹੁੰਦਾ ਹੈ, ਫਿਰ ਵੀ ਹੋ ਜਾਂਦਾ ਹੈ। ਜੋਸ਼ ਹੈ, ਇੰਨਾ ਖਰੋਸ਼ ਹੈ, ਇੰਨਾ ਉਹਦੇ ਚ ਹੁੰਦਾ, ਉੱਥੇ ਜਾ ਕੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਵਿਨ ਕਰਨਾ ਹੈ ਜਾਂ ਹਾਰਨਾ ਹੈ, ਯਾਨੀ ਹਾਰਾਂ ਤੇ ਵਿਨ ਨਹੀਂ ਕਰਦੇ ਹੈ, ਉਹਨਾਂ ਦੀ ਜਿੱਤ ਹੀ ਇਹਦੇ ਚ। ਮਾਰਟਾਇਰਡਮ ਇਜ਼ ਬਿਗੇਸਟ ਵਿਕਟਰੀ ਕਿਹਾ ਜਾਂਦਾ ਹੈ। ਇੱਕ ਕਹਾਣੀ ਕਹਿੰਦੇ ਨੇ, ਕਥਨੀ ਹੈ ਕਿ ਮਾਰਟਾਇਰਡਮ ਜਿਹੜੀ ਹੈ ਉਹ ਤੇ ਗ੍ਰੇਟੈਸਟ ਵਿਕਟਰੀ, ਕੋਈ ਉਸ ਤੋਂ ਵੱਡੀ ਵਿਕਟਰੀ ਨਹੀਂ ਹੈ। ਜਿਹਨੇ ਆਪਣੀ ਜ਼ਿੰਦਗੀ ਦੀ ਦੇਤੀ, ਸ਼ਹਾਦਤ ਦੇਤੀ, ਉਸ ਤੋਂ ਆਪ ਦੇਖੋ ਸ਼ਹੀਦ ਭਗਤ ਸਿੰਘ ਦਾ, और ਜਿਹੜੇ ਫਿਰੋਜ਼ਪੁਰ जो जाके तो बड़ी देखी है तो कहते हैं ना कि शहादत के ऊपर शहीदों की चिताओं पे लगेंगे हर बरस मेले, वतन पे मरने वालों का यही बाकी निशान होगा। ये क्या बातें कह रहे हैं, मसली ये पैसा देता, ये आयो, क्या हम पैसे के पीछे जाते हैं? साडा क्या हालात ही कुछ और है। ਅੱਤਵਾਦ ਦਾ ਸੰਤਾਪ ਜਿਹੜਾ ਉਹ ਝੇਲਿਆ ਸੀਗਾ ਔਰ ਹੁਣ ਪੰਜਾਬੀਆਂ ਨੂੰ ਇਕੱਠੇ ਹੋਣਾ ਪਊਗਾ। ਪੰਜਾਬੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਸਾਨੂੰ ਕੋਈ ਡਿਵਾਈਡ ਨਾ ਕਰੇ। ਔਰ ਪੰਜਾਬ ਇੱਕ ਬਹੁਤ ਖੂਬਸੂਰਤ ਗੁਲਦਸਤਾ ਹੈ ਜਿੱਥੇ ਹਰ ਧਰਮ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਆ ਔਰ ਇਹੋ ਹੀ ਮਿਸਾਲ ਸ਼ਾਇਦ ਸਾਨੂੰ ਅੱਗੇ ਕਰਨੀ ਪਏਗੀ। ਬ੍ਰਿਗੇਡੀਅਰ ਕਾਹਲੋਂ ਤੋਂ ਜਾਂਦੇ ਜਾਂਦੇ ਇੱਕ ਲੈ ਲੈਣੇ ਸੁਜੈਸ਼ਨ ਲੈ ਲੈਣੇ। ਕਾਹਲੋਂ ਸਾਹਿਬ, ਤੁਸੀਂ ਕਰੀਬ 40 ਸਾਲ ਫੌਜ 'ਚ ਰਹੇ ਔਰ ਫੌਜ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਗੁਰਪਤਵੰਤ ਸਿੰਘ ਪੰਨੂ ਵਰਗੇ ਜਿਹੜੇ ਸ਼ਖਸ ਨੇ ਇਹਨਾਂ ਨਾਲ ਕੀ ਸਲੂਕ ਹੋਣਾ ਚਾਹੀਦਾ ਔਰ ਫੌਜ ਵੱਲੋਂ ਵੀ ਕੋਈ ਮੈਸੇਜ ਜਾਣਾ ਚਾਹੀਦਾ ਕਿ ਜੇ ਕਿਤੇ ਵੀ ਲੁਕਿਆ ਬੈਠਾ ਇਹਨੂੰ ਉੱਥੋਂ ਫੜ ਕੇ ਲਿਆਉਣ, ਇਹਨੂੰ ਵੀ ਜਸਟਿਸ ਤੇ ਲੈ ਕੇ ਆਉਣ, ਕਿਉਂਕਿ ਇੱਕ ਲੰਬੇ ਸਮੇਂ ਤੋਂ ਇਹ ਭਾਰਤ ਦੇ ਖਿਲਾਫ ਜਿਹੜੀ ਇਹਨੇ ਜੰਗ ਛੇੜੀ ਹੋਈ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਿਹਾ ਹੈ। ਪਹਿਲੀ ਗੱਲ ਤਾਂ ਇਹ ਵੇ ਕਿ ਜਿਸ ਇਲਾਕੇ 'ਚ ਉੱਥੇ ਰਹਿ ਰਿਹਾ ਹੁਣ ਉਹ, ਉੱਥੇ ਸਾਡੀਆਂ ਇੰਟੈਲੀਜੈਂਸੀਆਂ ਵੀ ਕੰਮ ਕਰਨੀਆਂ ਚਾਹੀਦੀਆਂ ਨੇ। ਸਰਕਾਰ ਤਰਫ ਕੋਈ ਇਹ ਕਾਰਵਾਈ ਹੋਣੀ ਚਾਹੀਦੀ ਹੈ, ਕਾਊਂਟਰ ਪ੍ਰੋਪੇਗੈਂਡਾ, ਤਾਂ ਕਿ ਇਸ ਕਿਸਮ ਦੀਆਂ ਗਤੀਵਿਧੀਆਂ ਉੱਥੇ ਨਾ ਕਰੇ। ਉੱਥੇ ਕਿਤੇ ਸ਼ਾਇਦ ਨਹੀਂ ਮਿਲ ਰਹੀ ਉਸ ਮੁਲਕ ਦੇ ਅੰਦਰ, ਅਮਰੀਕਾ ਹੋਏ ਜਾਂ ਕੈਨੇਡਾ ਹੋਏ, ਪਹਿਲੀ ਗੱਲ। ਦੂਜੀ ਗੱਲ ਹੈ ਇੱਥੇ ਜਿਹੜੇ ਉਹਦੇ ਰਿਕਾਰਡਡ ਮੈਸੇਜ ਆ ਰਹੇ ਉਹਨੂੰ ਬਾਈਕਾਟ ਕੀਤਾ ਜਾਏ, ਯੂਥ ਨੂੰ ਦੱਸਿਆ ਜਾਏ ਇਹ ਕੰਮ ਨਹੀਂ ਹੋਣਾ। ਤੀਸਰੀ ਗੱਲ ਮੈਂ ਦੱਸਣਾ ਚਾਹੁੰਦਾ, ਇਹ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ ਜਿਹੜੇ ਸਰਹੱਦੀ ਜ਼ਿਲ੍ਹੇ ਨੇ, ਇੱਥੇ ਨੌਜਵਾਨਾਂ ਨੇ ਦੇਖਿਆ 65 ਦੀ ਜੰਗ ਦੇ ਵਿੱਚ ਫੌਜ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਇਹਨਾਂ ਨੇ ਸਪੋਰਟ ਕੀਤਾ, ਉੱਥੇ ਜੰਗ ਲੜੀ। ਸੌਰੀ ਟੂ ਇੰਟਰਪਟ, ਓਨਲੀ 30 ਸੈਕਿੰਡਸ ਨੇ ਮੇਰੇ ਕੋਲ, ਸਿਰਫ 30 ਸੈਕਿੰਡਸ ਹੈਗੇ ਨੇ ਇਨ ਸ਼ਾਰਟ। ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਫੌਜ ਦੇ ਵਿੱਚ ਵੀ ਆਪਣਾ ਸੰਦੇਸ਼ ਜਾਏ ਕਿ ਇਸ ਕਿਸਮ ਦੇ ਗੁੰਮਰਾਹ ਕਰਨ ਵਾਲੇ ਵਿਅਕਤੀਆਂ ਨੂੰ, ਉਹਨਾਂ ਨੂੰ ਬਾਈਕਾਟ ਕੀਤਾ ਜਾਏ। ਉਹਨਾਂ ਨੂੰ ਸਬਕ ਸਿਖਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਉਹਨਾਂ ਨੂੰ ਫਿਟਕਾਰ ਪਏ ਔਰ ਉਹਨਾਂ ਦੇ ਕੋਈ ਵੀ ਰਿਕਾਰਡਡ ਮੈਸੇਜ ਆਉਂਦੇ ਨੇ ਉਹਨਾਂ ਦੇ ਉਹਨੂੰ ਮੈਂ ਕਹਿੰਦਾ ਬਲੌਕ ਕੀਤਾ ਜਾਏ ਔਰ ਅਸਲੀ ਸੰਦੇਸ਼ ਜਾਏ
ਕਿ ਸਿੱਖਾਂ ਦਾ Right, ਜਜ਼ਬਾ right, right. ਕੁਰਬਾਨੀ ਦਾ ਜਜ਼ਬਾ ਉਹਨਾਂ ਦਾ ਯੋਗਦਾਨ ਜੋ ਪਾਇਆ ਉਹ ਜੋ ਬਿਲਕੁਲ। ਔਰ ਕਸਮ ਸਭ ਖਾਂਦੇ ਤੋਂ ਨੇ ਵੱਡੀ ਗੱਲ ਉਹਨੂੰ ਇਹ ਹੈ ਇਹਨੂੰ- ਕਿ ਸ਼ਹੀਦਾਂ ਉਹਨੂੰ ਦੀ ਸ਼ਹਾਦਤ ਸ਼ਹਾਦਤ ਵਿਕਾਊ ਨਹੀਂ ਪੂਰਾ ਹੈਗੀ, ਨਾ ਜਿਸ ਨੂੰ ਇਹ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰਪਤਵੰਤ ਸਿੰਘ ਪੰਨੂ। ਇਹ ਕੰਨ ਖੋਲ ਕੇ ਸੁਣ ਲੈ ਕਿ ਸ਼ਹੀਦਾਂ ਦੀ ਸ਼ਹਾਦਤ ਵਿਕਾਊ ਨਹੀਂ ਹੈਗੀ। ਬ੍ਰਿਗੇਡੀਅਰ ਕਾਲੋਂ ਆਈਜੀ ਪੌਲ, ਜਗਦੀਪ ਸੰਧੂ ਜੀ ਤੇ ਨਿਤਿਕਾ ਤੇ ਔਰ ਤੁਹਾਡੇ ਨਾਲ ਜਿਹੜੇ ਪਰਿਵਾਰਕ ਮੈਂਬਰ ਬੈਠੇ ਹੋਏ ਨੇ, ਬਜ਼ਮ ਤੇ ਤੁਹਾਡੇ ਨਾਲ ਜਿਹੜੇ ਪਰਿਵਾਰਕ ਮੈਂਬਰ ਬੈਠੇ ਹੋਏ ਨੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਲਈ। ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਅਸੀਂ ਸ਼ੋਅ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਸਵਾਲ ਪੁੱਛਿਆ ਸੀਗਾ ਉਸ ਦੇ ਜਵਾਬ ਵੀ ਸਾਨੂੰ ਆ ਗਏ ਨੇ। ਅਸੀਂ ਜਿਹੜਾ ਸਵਾਲ ਪੁੱਛਿਆ ਸੀਗਾ ਕਿ ਐਸਐਫਜੀ ਵੱਲੋਂ ਜਿਹੜੀ ਇਹ ਹਰਕਤ ਕੀਤੀ ਜਾ ਰਹੀ ਹੈ ਕਿ ਇਹ ਜ਼ਖਮਾਂ ਤੇ ਲੂਣ ਨਹੀਂ ਹੈਗਾ, ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਜ਼ਖਮਾਂ ਤੇ ਲੂਣ ਨਹੀਂ ਹੈ। ਜਿਹੜੇ ਜਵਾਬ